श्री वाहिगुरु। सतनाम श्री वाहिगुरु साहिब जीओ। कृपा करो दीन के दाते, मेरा गुण अब गुण ना विचारो कोई। माटी का क्या तो पै स्वामी, मानस की गत वेही। तुद आगे अरदास हमारी, तुद आगे अरदास हमारी। जियो पिंड सब तेरा, कहो नानक सब तेरी वड्याई। कोई नाम न जाने मेरा, कहो नानक सब तेरी वड्याई। कोई नाम न जाने मेरा। ज्ञान ध्यान किश कर्म न जाना, सार न जाना तेरी। सब ते वड्डा सतगुर नानक, सब ते वड्डा सतगुर नानक। जिन कल राखी मेरी, जिन कल राखी मेरी, जिन कल राखी मेरी। आनंद गुणी निधान, गुरु गरीब नवाज, गुरु गरीब नवाज, गरीब नवाज जियो। सब तेरी वड्याई मेरे साहिबा, कोई नाम न जाने मेरा। सब तेरी वड्याई मेरे साहिबा, कोई नाम न जाने मेरा। सब तेरी वड्याई मेरे साहिबा, कोई नाम न जाने मेरा। सब तेरी वड्याई मेरे साहिबा, कोई नाम न जाने मेरा। सब तेरी वड्याई मेरे साहिबा, कोई नाम न जाने मेरा। सब तेरी वड्याई मेरे साहिबा, कोई नाम न जाने मेरा। तेरी वड्याई मेरे साहिबा, कोई नाम न जाने मेरा। तेरी वड्याई मेरे साहिबा, कोई नाम न जाने
ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੈ ਮੇਰਾ ਜੀ ਕੋਈ ਨਾਉ ਨਾ ਜਾਣੈ ਮੇਰਾ ਨਾਉ ਨਾ ਜਾਣੇ ਮੇਰਾ ਜੀ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਜੀ ਕੋਈ ਨਾਉ ਨਾ ਜਾਣੇ ਮੇਰਾ ਉਹ ਨਾਉ ਨਾ ਜਾਣੈ ਮੇਰਾ ਜੀ ਕੋਈ ਨਾਉ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਜੀ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਜੀ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣੈ ਮੇਰਾ ਨਾਉ ਨਾ ਜਾਣੈ ਮੇਰਾ ਕੋਈ ਨਾਉ ਨਾ ਜਾਣੈ ਮੇਰਾ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਕੋਈ ਨਾਉ ਨਾ ਜਾਣੇ ਮੇਰਾ ਨਾਉ ਨਾ ਜਾਣੇ ਮੇਰਾ ਜੀ ਕੋਈ ਨਾਉ ਨਾ ਜਾਣੇ ਮੇਰਾ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੈ ਮੇਰਾ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੈ ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਸਭ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਤੇਰੀ ਵਡਿਆਈ ਮੇਰੇ ਸਾਹਿਬਾ ਕੋਈ ਨਾਉ ਨਾ ਜਾਣੇ ਮੇਰਾ ਤੇਰੇ ਕਵਨਾ ਕਵਨਾ ਗੁਣ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਦਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਉੱਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਛ ਦੀਜੈ ਪ੍ਰਣਵਤ ਨਾਨਕ ਸੁਨ ਮੇਰੇ ਸਾਹਿਬਾ ਡੁਬਦਾ ਪੱਥਰ ਲੀਜੈ ਡੁਬਦਾ ਪੱਥਰ ਲੀਜੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ
ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ ਜੀ, 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 ਜਿਨ ਕਲ ਰਾਖੀ ਮੇਰੀ ਜੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਰਾਖੀ ਮੇਰੀ ਜੀ, 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 ਜਿਨ ਕਲ ਰਾਖੀ ਮੇਰੀ ਜੀ, ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ, ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜਪੋ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਸਾਰੇ ਵਾਹਿਗੁਰੂ ਵਾਹਿਗੁਰੂ ਸਾਰੇ ਰਸਨਾ ਪਵਿੱਤਰ ਕਰੋ ਜੀ ਵਾਹਿਗੁਰੂ 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 ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਦਾ ਪਤਾ ਨਹੀਂ ਕੋਈ ਜੀ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਉਹ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਉਹ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਸਾਰ ਨਾ ਮੈਂ ਜੀ 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 ਸਾਈਆਂ ਤੇਰੀ ਜਾਣਦਾ ਨਾ ਮੈਂ ਜੀ ਤੇਰੀ ਜਾਣਦਾ ਉਹ ਸਾਰ ਨਾ ਮੈਂ ਤੇਰੀ ਜਾਣਦਾ ਉਹ ਸਾਰ ਨਾ ਮੈਂ ਜੀ ਤੇਰੀ ਜਾਣਦਾ ਸਾਰ ਨਾ ਮੈਂ ਜੀ ਸਾਈਆਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਉਹ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ ਜਾਣਦਾ ਗਿਆਨ ਧਿਆਨ ਦਾ ਪਤਾ ਨਹੀਂ ਕੋਈ ਸਾਰ ਨਾ ਮੈਂ ਤੇਰੀ
ਜਾਣਦਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗਲ ਰਾਖੀ ਤੇਰੀ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਅਪਾਰ ਮਿਹਰਾਂ ਵਰਤਾਈਆਂ ਨੇ। ਬਹੁਤ ਹੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ, ਜੋ ਹਰ ਸਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਸਤਿਗੁਰੂ ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਗ੍ਰਹਿ ਵਿਖੇ ਧੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਦੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ੍ਰੀ ਜਪਜੀ ਸਾਹਿਬ ਜੀ ਦੇ ਅਖੰਡ ਜਾਪ ਪਰਸੋਂ ਰੋਜ਼ ਤੋਂ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ। ਭੋਗਾਂ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਸਤਿਗੁਰੂ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਜੁੜ ਬੈਠੇ ਹਾਂ। ਮਾਲਕ ਦੇ ਗੁਣ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਵਾਓ ਜਿਤਨਾ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਪੂਰੀ ਇਕਾਗਰਤਾ ਨਾਲ ਜੁੜ ਕੇ ਬੈਠੀਏ। ਬੱਚਿਆਂ ਨੂੰ ਬਿਠਾ ਕੇ ਰੱਖਿਓ ਭਾਈ, ਬੱਚੇ ਨਾ ਤੁਰੇ ਫਿਰਨ। ਬੀਬੀਆਂ ਨੂੰ ਖਾਸ ਕਰਕੇ ਬੇਨਤੀ ਹੈ, ਬੱਚਿਆਂ ਨੂੰ ਆਪੋ ਆਪਣੀ ਗੋਦੀ 'ਚ ਬਿਠਾ ਕੇ ਰੱਖਿਓ, ਤਾਂ ਜੋ ਇਸ ਸਮੇਂ ਦਾ ਆਪਾਂ ਪੂਰਾ ਲਾਹਾ ਲੈ ਸਕੀਏ। ਕੀਰਤਨ ਕਰਦਿਆਂ, ਕੀਰਤਨ ਸੁਣਦਿਆਂ ਇਕਾਗਰਤਾ ਭੰਗ ਨਾ ਹੋਵੇ। ਇਹ ਸਮਾਂ ਬੜਾ ਕੀਮਤੀ ਹੋਇਆ ਕਰਦਾ ਹੈ। ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। ਇਸ ਘੜੀ ਨੂੰ ਮਹਾਰਾਜ ਜੀਆਂ ਨੇ ਧੰਨ ਆਖਿਆ ਹੈ। ਤੇ ਜੇ ਇਸ ਧੰਨ ਘੜੀ ਦੇ ਵਿੱਚ ਆਪਾਂ ਪੂਰਾ ਜੁੜ ਕੇ ਬੈਠਾਂਗੇ, ਆਨੰਦ ਨਾਲ ਬੈਠਾਂਗੇ, ਰਸ ਨਾਲ ਬੈਠਾਂਗੇ, ਫਿਰ ਸੁਣਦਿਆਂ ਆਪਾਂ ਵੀ ਧੰਨਾ ਪਾਈ। ਇਸ ਕਰਕੇ ਪੂਰਾ ਲਾਹਾ ਲਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਸਾਡੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਭਾਈ ਕਰਮ ਸਿੰਘ ਜੀ, ਆਪ ਜੀ ਨੂੰ ਬਵਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਪਾਵਨ ਇਤਿਹਾਸ, ਪਾਵਨ ਜੀਵਨ ਦੇ ਵਿੱਚੋਂ ਕੁਝ ਕੁ ਖੋਜਮਈ ਅੰਸ਼ ਆਪ ਜੀ ਦੇ ਨਾਲ ਸਾਂਝੇ ਕਰਕੇ ਗਏ ਆ। ਸਵਾਓ ਆਪਾਂ ਵੀ ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਸਤਿਗੁਰਾਂ ਦੇ ਗੁਣ ਗਾਉਣ ਦਾ ਯਤਨ ਕਰੀਏ। ਭਾਈ ਸੱਤਾ ਤੇ ਬਲਵੰਡਾ, ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸਾਧ ਸੰਗਤ ਜੀ ਕੀਰਤਨ ਦੀ ਸੇਵਾ ਕੀਤੀ। ਕੀਰਤਨ ਕਰਦਿਆਂ ਕਰਦਿਆਂ ਕੁਝ ਕੁ ਹੰਕਾਰੀ ਹੋ ਗਏ, ਬੇਮੁਖ ਹੋ ਗਏ। ਫਿਰ ਆਪਣੀ ਭੁੱਲ ਬਖਸ਼ਾਉਣ ਵਾਸਤੇ ਭਾਈ ਲੱਦੇ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ 'ਚ ਆਏ। ਮਹਾਰਾਜ ਭੁੱਲ ਹੋ ਗਈ, ਗਲਤੀ ਹੋ ਗਈ, ਸਾਨੂੰ ਬਖਸ਼ ਲਓ। ਮਹਾਰਾਜ ਕਹਿੰਦੇ ਬਖਸ਼ੇ ਜਾਓਗੇ ਜਿਸ ਰਸਨਾ ਦੇ ਨਾਲ ਗੁਰੂ ਘਰ ਨੂੰ ਮਾੜਾ ਬੋਲਿਆ, ਉਸੇ ਰਸਨਾ ਤੋਂ ਸਿਫਤ ਸਲਾਹ ਕਰੋ। ਜਿੰਨੀ ਸਿਫਤ ਸਲਾਹ ਕਰੋਗੇ ਉਨੇ ਹੀ ਬਖਸ਼ੇ ਜਾਓਗੇ।
ਫਿਰ ਭਾਈ ਸੱਤੇ ਤੇ ਬਲਵੰਡੇ ਨੇ ਆਪਣੀ ਰਸਨਾ ਤੋਂ ਗੁਰੂ ਸਾਹਿਬਾਂ ਦੀ ਸਿਫਤ ਕਰਦਿਆਂ ਕਰਦਿਆਂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਸਿਫਤ ਕੀਤੀ। ਉਹ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ। ਪਹਿਲਾਂ ਤੇ ਇਹ ਆਪਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਤੁਸੀਂ ਧੰਨ ਕਿਉਂ ਹੋ, ਤੁਸੀਂ ਕਿਉਂ ਧੰਨ ਹੋ। ਬਾਣੀ ਕਹਿੰਦੀ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸਵਾਓ ਜਨ ਕੈ ਸੰਗ ਚਿਤਾਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤੁਹਾਡੇ ਆਉਣ ਨੂੰ ਧੰਨ ਕਿਉਂ ਆਖਿਆ, ਤੁਸੀਂ ਤੇ ਗੁਰੂ ਨਾਨਕ ਦੇ ਘਰ ਪੈਦਾ ਵੀ ਨਹੀਂ ਹੋਏ, ਫਿਰ ਤੁਹਾਨੂੰ ਕਿਉਂ ਧੰਨ ਕਹਿੰਦੇ। ਤੁਸੀਂ ਤੇ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਘਰ ਵੀ ਜਨਮ ਨਹੀਂ ਲਿਆ, ਫਿਰ ਤੁਹਾਨੂੰ ਕਿਉਂ ਧੰਨ ਕਹਿੰਦੇ ਆ। ਤੁਸੀਂ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਵੀ ਜਨਮ ਨਹੀਂ ਲਿਆ, ਫਿਰ ਤੁਹਾਨੂੰ ਕਿਉਂ ਧੰਨ ਕਹਿੰਦੇ ਆ। ਸਾਧ ਸੰਗਤ ਦੁਨੀਆ ਤੇ ਇੱਕ ਵਰਤਾਰਾ, ਜਿਹੜੀ ਚੀਜ਼ ਜਿੱਥੇ ਬਣਦੀ ਆ ਉੱਥੇ ਸਵਾਰੀ ਨਹੀਂ ਜਾਂਦੀ। ਜਿੱਦਾਂ ਸਾਧ ਸੰਗਤ ਕੱਪੜਾ ਬਣਦਾ ਤੇ ਕਿਤੇ ਹੋਰ ਹੈ, ਪਰ ਸਵਾਰਿਆ ਕਿਤੇ ਹੋਰ ਜਾਂਦਾ ਹੈ। ਇੱਟਾਂ ਬਣਦੀਆਂ ਕਿਤੇ ਹੋਰ ਨੇ, ਸਵਾਰੀਆਂ ਕਿਤੇ ਹੋਰ ਜਾਂਦੀਆਂ। ਸੋਨਾ ਨਿਕਲਦਾ ਕਿਤੇ ਹੋਰ ਹੈ ਤੇ ਸਵਾਰਿਆ ਕਿਤੇ ਹੋਰ ਜਾਂਦਾ ਹੈ। ਸਾਧ ਸੰਗਤ ਨਦੀਆਂ ਦੇ ਕਿਨਾਰੇ ਤੇ ਬੇਅੰਤ ਪੱਥਰ ਪਏ ਨੇ, ਨਿਕਲਦੇ ਤੇ ਨਦੀਆਂ ਵਿੱਚੋਂ, ਪਰ ਸਵਾਰੇ ਕਿਤੇ ਹੋਰ ਜਾਂਦੇ ਆ। ਜਦੋਂ ਸਵਾਰੇ ਜਾਂਦੇ ਆ ਨਾ, ਤਰਾਸੇ ਜਾਂਦੇ ਆ, ਉਹੀ ਪੱਥਰ ਜਿਹਦੇ ਨਦੀਆਂ ਦੇ ਕਿਨਾਰੇ ਪਏ ਰੁਲਦੇ ਹੁੰਦੇ ਆ, ਜਦੋਂ ਸਵਾਰੇ ਜਾਂਦੇ ਆ, ਤਰਾਸੇ ਜਾਂਦੇ ਆ, ਭਗਵਾਨ ਦੀ ਮੂਰਤੀ ਬਣ ਜਾਂਦੀ ਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਸੇ ਨੂੰ ਕਿਸੇ ਦੀ ਮਾਂ ਸਵਾਰਦੀ ਹੈ, ਕਿਸੇ ਨੂੰ ਕਿਸੇ ਦਾ ਪਿਓ ਸਵਾਰਦਾ, ਕਿਸੇ ਨੂੰ ਕਿਸੇ ਦਾ ਚਾਚਾ, ਕਿਸੇ ਦਾ ਤਾਇਆ ਸਵਾਰਦਾ। ਬੰਦਾ ਕਿੱਥੇ ਸਵਾਰਿਆ ਜਾਂਦਾ, ਬੰਦੇ ਨੂੰ ਭਾਈ ਗੁਰੂ ਸਵਾਰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੰਦੇ ਨੂੰ ਗੁਰੂ ਸਵਾਰਦਾ ਹੈ। ਜਿਹਨੂੰ ਗੁਰੂ ਸਵਾਰੇ, ਜਿਹਨੂੰ ਬੰਦਾ ਸਵਾਰਦਾ, ਜਿਵੇਂ ਸੋਨਾ ਨਿਕਲਿਆ ਕਿਤੇ ਹੋਰ ਤੇ ਸੁਨਿਆਰ ਨੇ ਸਵਾਰ ਦਿੱਤਾ, ਨਿਕਲੇ ਹੋਏ ਦੀ ਓਨੀ ਕੀਮਤ ਨਹੀਂ ਪਈ ਜਿੰਨੀ ਸਵਾਰੇ ਹੋਏ ਦੀ ਪੈਗੀ। ਜਦੋਂ ਸਵਾਰਿਆ ਗਿਆ ਫਿਰ ਉਹਦੀ ਕੀਮਤ ਪੈ ਗਈ। ਜਦੋਂ ਇੱਟਾਂ ਸਾਧ ਸੰਗਤ ਬਣਾਈਆਂ ਗਈਆਂ ਉਦੋਂ ਉਹਨਾਂ ਦੀ ਓਨੀ ਕੀਮਤ ਨਹੀਂ ਸੀ। ਜਦੋਂ ਭੱਠੇ ਵਿੱਚ ਆ ਕੇ ਸਵਾਰੀਆਂ ਗਈਆਂ ਫਿਰ ਉਹਨਾਂ ਦੀ ਕੋਈ ਨਾ ਕੋਈ ਕੀਮਤ ਪੈ ਗਈ। ਕੱਪੜਾ ਜਿੱਥੇ ਬਣਿਆ ਉਦੋਂ ਉਹਦੀ ਇੰਨੀ ਕੀਮਤ ਨਹੀਂ ਸੀ, ਜਦੋਂ ਸਵਾਰਿਆ ਗਿਆ, ਆ ਕੇ ਦੁਕਾਨ ਤੇ ਰੱਖਿਆ ਗਿਆ, ਉਦੋਂ ਉਹਦੀ ਕੀਮਤ ਪੈ ਗਈ। ਜਿਹੜੀ ਚੀਜ਼ ਬੰਦੇ ਨੇ ਸਵਾਰੀ ਉਹਦੀ ਕੋਈ ਨਾ ਕੋਈ ਕੀਮਤ, ਕੋਈ ਨਾ ਕੋਈ ਮੁੱਲ ਪੈ ਗਿਆ ਨਾ, ਕੋਈ ਨਾ ਕੋਈ ਕੀਮਤ, ਕੋਈ ਨਾ ਕੋਈ ਮੁੱਲ ਪੈ ਗਿਆ। ਤੇ ਜਿਹਨੂੰ ਰੱਬ ਸਵਾਰਦਾ ਨਾ ਭਾਈ ਪਰਮਾਤਮਾ ਆਪ, ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਆਂ, ਸ਼ਰਮ ਖੰਡ ਕੀ ਬਾਣੀ ਰੂਪ, ਗੁਰੂ ਸਵਾਰਦਾ, ਉਹ ਵੀ ਅੰਦਰੋਂ, ਬਾਹਰੋਂ ਨਹੀਂ।
ਬਾਹਰੋਂ ਤੇ ਫਿਰ ਆਪੇ ਆਪ ਹੀ ਸਵਾਰਿਆ ਜਾਣਾ ਜਦੋਂ ਅੰਦਰ ਸਵਾਰਿਆ ਗਿਆ। ਗੁਰੂ ਸਵਾਰਦਾ ਹੈ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਕਹਿੰਦੇ ਜਿਹਦੀ ਘਾੜਤ ਰੱਬ ਕਰਦਾ, ਜਿਹਨੂੰ ਰੱਬ ਸਵਾਰਦਾ, ਉਹ ਇੱਕ ਅਨੋਖੀ ਰੂਹ ਬਣ ਜਾਂਦੀ ਹੈ। ਉਹ ਇੱਕ ਅਨੋਖੀ ਚੀਜ਼, ਅਨੋਖੀ ਹਸਤੀ ਬਣ ਜਾਂਦੀ ਹੈ। ਤੇ ਉਹਦੀ ਕੀਮਤ, ਉਹਦੀ ਮਹਿਮਾ, ਉਹਦੀ ਸਿਫਤ ਸਲਾਹ ਫਿਰ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜਿਹਨੂੰ ਗੁਰੂ ਸਵਾਰੇ ਉਹਦੀ ਮਹਿਮਾ ਗਾ ਸਕੇ, ਉਹਦੀ ਕੋਈ ਕੀਮਤ ਲਾ ਸਕੇ, ਉਹਦਾ ਕੋਈ ਵਰਣਨ, ਉਹਦੀ ਕੋਈ ਵਿਆਖਿਆ ਕਰ ਸਕੇ। ਜਿਵੇਂ ਆਪਾਂ ਪੜ੍ਹਦੇ ਕਾਗਦ ਕਲਮ ਨਾ ਲਿਖਣ ਹਾਰ, ਮੰਨੈ ਕਾਵੈ ਕਰਨ ਵਿਚਾਰ। ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਜਿਹਨੂੰ ਰੱਬ ਨੇ ਸਵਾਰ ਦਿੱਤਾ, ਫਿਰ ਬਾਣੀ ਕਹਿੰਦੀ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਕੋਈ ਉਹਦੀ ਸਾਧ ਸੰਗਤ ਮਹਿਮਾ ਨਹੀਂ ਗਾ ਸਕਦਾ, ਉਹਦੀ ਕੋਈ ਮਹਿਮਾ ਦਾ ਵਰਣਨ ਨਹੀਂ ਕਰ ਸਕਦਾ, ਉਹਦੀ ਕੋਈ ਸਿਫਤ ਸਲਾਹ, ਉਹਦੀ ਕੋਈ ਕੀਮਤ ਨਹੀਂ ਲਾ ਸਕਦਾ। ਜਿਨ੍ਹਾਂ ਨੇ ਫਿਰ ਕੀਮਤ ਲਾਈ ਜਾਂ ਮਹਿਮਾ ਨੂੰ ਗਾਇਆ ਜਾਂ ਉਹਦੀ ਸਿਫਤ ਸਲਾਹ ਵਰਣਨ ਕਰਨ ਦੀ ਮੇਰੇ ਵਰਗਿਆਂ ਨੇ ਕੋਸ਼ਿਸ਼ ਕੀਤੀ ਕੋਸ਼ਿਸ਼, ਪਰ ਆਖਰ ਕੀ ਹੋਇਆ? ਜੇ ਕੋ ਕਹੈ ਪਿੱਛੇ ਪਛਤਾਏ। ਫਿਰ ਉਹਨਾਂ ਨੂੰ ਸਾਧ ਸੰਗਤ ਆਪਣੀਆਂ ਹੀ ਕਈਆਂ ਹੋਈਆਂ ਗੱਲਾਂ ਤੇ ਪਛਤਾਉਣਾ ਪੈ ਗਿਆ। ਕਿਉਂ ਪਛਤਾਉਣਾ ਪੈ ਗਿਆ ਬਈ? ਪਛਤਾਉਣਾ ਇਸ ਕਰਕੇ ਪੈ ਗਿਆ ਵੀ ਜਿੰਨੀ ਕਿ ਮੈਂ ਮਹਿਮਾ ਕੀਤੀ ਹੈ ਤੇ ਕੁਝ ਵੀ ਨਹੀਂ, ਉਹ ਤੇ ਬਹੁਤ ਵੱਡੇ ਨੇ। ਆਖੋ ਸਤਿਨਾਮ ਵਾਹਿਗੁਰੂ। ਜਿੰਨੀ ਕਿ ਮੈਂ ਸਿਫਤ ਸਲਾਹ ਕੀਤੀ ਹੈ ਤੇ ਕੁਝ ਵੀ ਨਹੀਂ, ਉਹ ਤੇ ਇਦੋਂ ਵੀ ਕਿਤੇ ਪਰੇ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਉਹ ਤੇ ਬੇਸ਼ੁਮਾਰ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ। ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ। ਜਿਨ੍ਹਾਂ ਦੇ ਮੱਥੇ ਦੇ ਭਾਗ ਅਤੀ ਚੰਗੇ ਹੁੰਦੇ ਆ ਨਾ ਭਾਈ, ਉਹਨਾਂ ਨੂੰ ਗੁਰੂ ਸਵਾਰਦਾ। ਉਹ ਗੁਰੂ ਤੋਂ ਸਵਾਰੇ ਜਾਂਦੇ ਨੇ। ਜਿਹਨੂੰ ਗੁਰੂ ਸਵਾਰੇ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਗੁਰੂ ਸੁਰਤ ਨੂੰ ਸਵਾਰਦਾ ਹੈ, ਗੁਰੂ ਮਨ ਨੂੰ ਸਵਾਰਦਾ ਹੈ, ਗੁਰੂ ਬੁੱਧੀ ਨੂੰ ਸਵਾਰਦਾ ਹੈ। ਸੁਰਤ ਇੱਕ ਭਾਂਡਾ ਹੈ ਭਾਈ, ਸੁਰਤ ਇੱਕ ਭਾਂਡਾ ਹੈ। ਜਦੋਂ ਬੁੱਧੀ ਸਵਾਰੀ ਜਾਂਦੀ ਆ, ਅਕਲ ਸਵਾਰੀ ਜਾਂਦੀ ਆ, ਹਰ ਕੰਮ ਅਕਲ ਨਾਲ ਹੀ ਹੁੰਦਾ ਹੈ। ਜੇ ਕੋਈ ਚੋਰੀ ਕਰਦਾ ਉਹ ਵੀ ਅਕਲ ਨਾਲ, ਅਕਲ ਵਰਤਦਾ ਚੋਰੀ ਕਰਨ ਲੱਗਾ। ਜੇ ਕੋਈ ਮਾੜੇ ਥਾਂ ਤੇ ਜਾਂਦਾ ਭਾਈ, ਉਹ ਵੀ ਅਕਲ ਵਰਤਦਾ ਹੈ। ਜੇ ਕੋਈ ਕਿਸੇ ਦਾ ਬੁਰਾ ਕਰਦਾ, ਉਹ ਵੀ ਅਕਲ ਨਾਲ ਹੀ ਕਰਦਾ, ਉਹ ਵੀ ਅਕਲ ਵਰਤਦਾ ਹੈ। ਦਿਮਾਗ ਵੀ ਉਹੀ ਰਹਿੰਦਾ ਹੈ, ਸੁਰਤ ਵੀ ਉਹੀ ਰਹਿੰਦੀ ਆ, ਪਰ ਮਹਾਰਾਜ ਸੋਚ ਬਦਲ ਦਿੰਦੇ ਆ। ਆਖੋ ਸਤਿਨਾਮ। ਸੋਚ ਬਦਲ ਦਿੰਦੇ ਆ। ਹੱਥ ਵੀ ਉਹੀ ਰਹਿੰਦੇ ਆ, ਪਰ ਮਹਾਰਾਜ ਉਹਨਾਂ ਹੱਥਾਂ ਦੇ ਕਰਮ ਬਦਲ ਦਿੰਦੇ ਆ। ਆ ਅੱਖਾਂ ਵੀ ਉਹੀ ਰਹਿੰਦੀਆਂ, ਪਰ ਮਹਾਰਾਜ ਇਹਨਾਂ ਅੱਖਾਂ ਦੀ ਦ੍ਰਿਸ਼ਟੀ ਬਦਲ ਦਿੰਦੇ ਆ। ਪੈਰ ਵੀ ਉਹੀ ਰਹਿੰਦੇ ਆ, ਪਰ ਮਹਾਰਾਜ ਇਹਨਾਂ ਪੈਰਾਂ ਦਾ ਮਾਰਗ ਬਦਲ ਦਿੰਦੇ ਆ। ਜ਼ੁਬਾਨ ਵੀ ਉਹੀ ਰਹਿੰਦੀ ਹੈ ਭਾਈ, ਪਰ ਮਹਾਰਾਜ ਇਹ ਰਸਨਾ ਦੀ ਬੋਲੀ ਬਦਲ ਦਿੰਦੇ ਆ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਬੋਲੀ ਬਦਲ ਦਿੰਦੇ ਆ। ਤੇ ਸਾਧ ਸੰਗਤ ਜੀ ਨੂੰ ਰੱਬ ਸਵਾਰ ਦੇਵੇ, ਉਹਨੂੰ ਧੰਨ ਕਹਿੰਦੇ ਆ। ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਤਾਂ ਧੰਨ ਕਹਿੰਦੇ ਆ ਵੀ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ,
ਜਿਨ੍ਹਾਂ ਨੇ ਤੁਹਾਨੂੰ ਸਿਰਜਿਆ ਉਹਨਾਂ ਨੇ ਤੁਹਾਨੂੰ ਸਵਾਰਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਰੱਬ ਨੇ ਤੁਹਾਨੂੰ ਸੰਸਾਰ ਦੇ ਭਲੇ ਲਈ ਸੰਸਾਰ ਤੇ ਭੇਜਿਆ। ਰੱਬ ਨੇ ਤੁਹਾਨੂੰ ਸਿਰਜਿਆ ਤੇ ਰੱਬ ਨੇ ਤੁਹਾਨੂੰ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਉਹ ਪਿਆਰ ਨਾਲ ਪੜ੍ਹੀਏ ਜੀ, ਫਿਰ ਅੱਗੇ ਵਿਚਾਰ ਕਰਦੇ ਹਾਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ 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 ਸਿਰਿਆ ਤਿਨੇ ਸਵਾਰਿਆ। ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹਾਰਿਆ। 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 ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ।
ਤਿਨੈ ਸਵਾਰਿਆ। ਕਈਆਂ ਦੇ ਸਾਧ ਸੰਗਤ ਮਨ ਦਾ ਭੁਲੇਖਾ, ਮਨ ਦੀ ਸ਼ੰਕਾ, ਜਿਨ੍ਹਾਂ ਦੇ ਮਨ ਵਿੱਚ ਹੋਵੇ ਗੁਰੂ ਨਾਨਕ ਦੇ ਘਰੋਂ ਕੀ ਮਿਲ ਜਾਏਗਾ, ਗੁਰੂ ਨਾਨਕ ਦੇ ਘਰੋਂ ਕੀ ਪੂਰੀ ਪੈ ਜਾਏਗੀ। ਜਿਨ੍ਹਾਂ ਦੇ ਮਨ ਦਾ ਭੁਲੇਖਾ ਹੋਵੇ ਨਾ, ਗੁਰੂ ਨਾਨਕ ਦੇ ਘਰ ਸੁਣੀ ਨਹੀਂ ਜਾਂਦੀ। ਜਿਨ੍ਹਾਂ ਦੇ ਮਨ 'ਚ ਸ਼ੰਕਾ ਹੋਵੇ, ਗੁਰੂ ਨਾਨਕ ਦੇ ਘਰ ਪੂਰੀ ਨਹੀਂ ਪੈਂਦੀ। ਉਹ ਭਾਈ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਜੀਵਨ ਪੜ੍ਹਿਆ ਕਰੋ। ਉਹ ਭਾਈ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਕਥਾ ਸੁਣਿਆ ਕਰੋ। ਪਤਾ ਲੱਗ ਜਾਏਗਾ ਗੁਰੂ ਨਾਨਕ ਦੇ ਘਰ ਕਿਵੇਂ ਸੁਣੀ ਜਾਂਦੀ ਹੈ। ਪਤਾ ਲੱਗ ਜਾਏਗਾ ਗੁਰੂ ਨਾਨਕ ਦੇ ਘਰ ਪੂਰੀ ਕਿਵੇਂ ਪੈਂਦੀ ਹੈ। ਸਾਧ ਸੰਗਤ ਚੂਨਾ ਮੰਡੀ ਲਾਹੌਰ ਦਾ ਨਗਰ, ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਅਵਤਾਰ ਧਾਰਿਆ। 2 ਸਾਲ ਦੀ ਉਮਰ ਸੱਚੇ ਪਾਤਸ਼ਾਹ ਜੀ ਦੀ। ਨਾਂ ਹੈ ਭਾਈ ਜੇਠਾ। ਸਾਧ ਸੰਗਤ ਅਜੇ ਚੰਗੀ ਤਰ੍ਹਾਂ ਬੈਠਣ ਵੀ ਨਹੀਂ ਲੱਗੇ, ਚੰਗੀ ਤਰ੍ਹਾਂ ਰੁੜਨ ਵੀ ਨਹੀਂ ਲੱਗੇ, ਤੁਰਨਾ ਤੇ ਅਜੇ ਕੀ ਹੈ। ਵੇਖਦੇ ਨੇ ਘਰ ਵਿੱਚ ਬਰਲਾਪ ਹੋ ਰਿਹਾ ਹੈ। ਘਰ ਵਿੱਚ ਸਾਧ ਸੰਗਤ ਰੋਣ ਕਰਲਾਉਣ ਦੀ ਆਵਾਜ਼ ਆ ਰਹੀ ਹੈ। ਵਿਹੜੇ ਦੇ ਵਿੱਚ ਇੱਕ ਲਾਸ਼ ਪਈ ਹੈ। ਸਾਧ ਸੰਗਤ ਸਾਰਿਆਂ ਨੂੰ ਰੋਂਦਿਆਂ ਵੇਖ ਰਹੇ ਨੇ। ਇਉਂ ਜਾਪਦਾ ਬੋਲ ਤੇ ਨਹੀਂ ਸਕਦੇ, ਜਿਵੇਂ ਅੰਦਰੋਂ ਪੁੱਛਦੇ ਹੋਣ ਕੀ ਹੋ ਗਿਆ, ਸਾਰੇ ਰੋ ਕਿਉਂ ਰਹੇ ਹੋ। ਆ ਜੋ ਵਿਹੜੇ ਦੇ ਵਿੱਚ ਲਾਸ਼ ਪਈ ਹੈ, ਇਹ ਕੌਣ ਹੈ। ਸਾਰੇ ਬੈਠੇ ਨਜ਼ਰ ਆਉਂਦੇ ਨੇ, ਪਰ ਮੇਰੀ ਮਾਂ ਨਜ਼ਰ ਕਿਉਂ ਨਹੀਂ ਆਉਂਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰੀ ਮਾਂ ਨਜ਼ਰ ਕਿਉਂ ਨਹੀਂ ਆਉਂਦੀ। ਇਹ ਲਾਸ਼ ਕਿਸ ਦੀ ਹੈ, ਇਹ ਸਰੀਰ ਕਿਸ ਦਾ। ਭਾਈ ਜੇਠਿਆ, ਇਹ ਤੇਰੀ ਮਾਂ ਹੈ ਭਾਈ, ਜਿਹੜੀ ਮਾਲਕ ਦੇ ਹੁਕਮ ਅਨੁਸਾਰ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ। ਕੱਲੇ ਆਵੇ ਨਾਨਕਾ ਸੱਦੇ ਉਠੀ ਜਾਏ। ਭਾਈ ਜੇਠਿਆ, ਜਿਹੜੀ ਤੇਰੀ ਮਾਂ ਪਰਮਾਤਮਾ ਦੇ ਹੁਕਮ ਨਾਲ 5 ਭੂਤਕ ਸਰੀਰ ਤਿਆਗ ਗਈ, ਸੰਸਾਰ ਤੋਂ ਚਲੀ ਗਈ। 2 ਸਾਲ ਦੀ ਉਮਰ, ਬੋਲ ਵੀ ਨਹੀਂ ਸਕਦੇ, ਚੱਲ ਵੀ ਨਹੀਂ ਸਕਦੇ। ਸਾਧ ਸੰਗਤ ਅੰਦਰੋਂ ਹਿਰਦਾ ਤੇ ਰੋਂਦਾ ਹੈ ਨਾ। ਮਾਂ ਨੂੰ ਆਵਾਜ਼ਾਂ ਮਾਰਦੇ ਨੇ, ਮਾਂ ਤੂੰ ਕਿੱਥੇ ਚਲੀ ਗਈ। ਤੂੰ ਤੇ ਮੈਨੂੰ ਬੁੱਕਲ ਦੇ ਵਿੱਚ ਲੈ ਲੈ ਕੇ ਛਾਤੀ ਨਾਲ ਲਾ ਲਾ ਕੇ ਕਹਿੰਦੀ ਸੀ, ਪੁੱਤ ਜੇਠਿਆ ਮੈਂ ਤੈਨੂੰ ਬਹੁਤ ਵੱਡਾ ਬਣਾਵਾਂਗੀ, ਤੂੰ ਮੇਰਾ ਜੇਠਾ ਪੁੱਤ ਹੈ, ਮੈਂ ਤੈਨੂੰ ਬਹੁਤ ਵੱਡਾ ਬਣਾਵਾਂਗੀ, ਤੂੰ ਮੇਰਾ ਜੇਠਾ ਪੁੱਤ ਹੈ, ਇੰਨਾ ਵੱਡਾ ਬਣਾਵਾਂਗੀ, ਇੰਨਾ ਵੱਡਾ ਬਣਾਵਾਂਗੀ, ਦੁਨੀਆ ਤੇਰੇ ਕਦਮਾਂ 'ਚ ਝੁਕਿਆ ਕਰੇਗੀ। ਮਾਂ ਮੈਂ ਤੈਨੂੰ, ਤੁਸੀਂ ਮੈਨੂੰ ਐਡਾ ਵੱਡਾ ਤੇ ਕੀ ਬਣਾਉਣਾ ਸੀ, ਦੁਨੀਆ ਮੇਰੇ ਕਦਮਾਂ 'ਚ ਝੁਕੇ। ਮਾਂ ਤੂੰ ਤੇ ਮੈਨੂੰ ਸਰੀਰ ਕਰਕੇ ਵੀ ਵੱਡਾ ਨਹੀਂ ਕਰਕੇ ਗਈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਂ ਤੂੰ ਤੇ ਮੈਨੂੰ ਸਰੀਰ ਕਰਕੇ ਵੀ ਵੱਡਾ ਨਹੀਂ ਕਰਕੇ ਗਈ। ਸਾਧ ਸੰਗਤ ਕਿੰਨਾ ਵੱਡਾ ਦੁੱਖ 2 ਸਾਲ ਦੀ ਉਮਰ ਵਿੱਚ ਹੀ ਲੱਗ ਗਿਆ। ਮਾਂ ਤੋਂ ਬਿਨਾਂ ਬੱਚੇ ਦੀ ਜ਼ਿੰਦਗੀ ਕਾਹਦੀ। ਬੱਚਾ ਜਿੱਦ ਪੈ ਜੇ ਨਾ, ਬਾਪ ਤੇ ਅਜੇ ਸਾਧ ਸੰਗਤ ਅਨ ਡਿਠਿਆ ਕਰ ਦੇਗਾ, ਘੂਰ ਕੇ ਚੁੱਪ ਕਰਾ ਦੇਗਾ, ਪਰ ਮਾਂ ਫਿਰ ਵੀ ਕਿਵੇਂ ਨਾ ਕਿਵੇਂ ਕਰਕੇ ਬੱਚੇ ਦੀ ਜਿੱਦ ਪੁਗਾ ਦਿੰਦੀ ਹੈ।
ਬੱਚੇ ਦੀ ਜਿੱਦ ਪੁਗਾ ਦਿੰਦੀ ਹੈ। ਤਾਂ ਹੀ ਕੋਈ ਕਵੀ ਲਿਖਦਾ, ਮਾਂ ਵਰਗਾ ਕਣਛਾਵਾਂ ਬੂਟਾ ਹੋਰ ਨਾ ਕਿਤੋਂ ਥਿਆਏ। ਇਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ। ਸਾਧ ਸੰਗਤ ਲੁਧਿਆਣੇ ਇੱਕ ਅਨਾਥ ਆਸ਼ਰਮ ਹੈ। ਉਸ ਅਨਾਥ ਆਸ਼ਰਮ ਦੇ ਵਿੱਚ 200-250 ਸਾਧ ਸੰਗਤ ਬੱਚਾ ਰਹਿੰਦਾ ਹੈ। ਉਹਨਾਂ ਦੀ ਉੱਥੇ ਪਰਵਰਿਸ਼ ਕੀਤੀ ਜਾਂਦੀ ਹੈ, ਪੜ੍ਹਾਇਆ ਵੀ ਜਾਂਦਾ ਹੈ। ਖਾਣ ਵਾਸਤੇ, ਸੋਹਣਾ ਹੰਡਾਉਣ ਵਾਸਤੇ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ ਹੈ। ਪਰ ਬੱਚੇ ਤਾਂ ਆਖਰ ਬੱਚੇ ਹੀ ਨੇ। ਬਚਪਨਾ ਤੇ ਆਖਰ ਬਚਪਨਾ ਹੀ ਹੈ ਨਾ। ਉਹਨਾਂ ਪ੍ਰਬੰਧਕਾਂ ਨੂੰ ਪੁੱਛਿਆ ਵੀ ਬੱਚਾ ਤੇ ਇੱਕ ਜਿੱਦ ਪੈ ਜਾਏ, ਉਹਦੀ ਜਿੱਦ ਪੁਗਾਉਣੀ ਔਖੀ ਹੋ ਜਾਂਦੀ ਹੈ। ਤੁਹਾਡੇ ਕੋਲੇ 200-250 ਬੱਚਾ ਰਹਿੰਦਾ, ਇਹਨਾਂ ਦੀ ਜਿੱਦ ਕਿਵੇਂ ਪੂਰੀ ਕਰਦੇ? ਪ੍ਰਬੰਧਕ ਕਹਿਣ ਲੱਗੇ, ਇਹਨਾਂ ਨੇ ਜਿੱਦ ਕੀ ਕਰਨੀ ਜੀ, ਇਹ ਤੇ ਜਿੱਦ ਕਰਦੇ ਹੀ ਨਹੀਂ ਹੈ ਤੇ ਬੱਚੇ ਭਾਈ। ਹੁਣ ਬੱਚੇ ਤੇ ਜਿੱਦ ਨਾ ਕਰਨ, ਇਹ ਕਿਵੇਂ ਹੋ ਸਕਦਾ? ਨਾ ਜੀ, ਇਹ ਨਹੀਂ ਜਿੱਦ ਕਰਦੇ। ਇਹਨਾਂ ਨੇ ਜਿੱਦ ਕੀ ਕਰਨੀ ਇਹ ਜਾਣਦੇ ਆ। ਇੱਥੇ ਕਿਹੜਾ ਜਿੱਦ ਪਗਾਉਣ ਵਾਲੀ ਸਾਡੀ ਮਾਂ ਬੈਠੀ ਹੈ। ਆਖੋ ਸਤਿਨਾਮ ਵਾਹਿਗੁਰੂ। ਇਹ ਜਾਣਦੇ ਆ, ਇਹਨਾਂ ਨੇ ਜਿੱਦ ਕੀ ਕਰਨੀ ਜਾਣਦੇ ਆ ਵੀ ਇੱਥੇ ਕਿਹੜਾ ਜਿੱਦ ਪਗਾਉਣ ਵਾਲੀ ਸਾਡੀ ਮਾਂ ਬੈਠੀ ਹੈ। ਜੇ ਸੂਰਜ ਦੀ ਰੋਸ਼ਨੀ ਠੰਡ ਪਾਵੇ ਤੇ ਛਾਵਾਂ ਨੂੰ ਕੌਣ ਪੁੱਛੇ? ਜੇ ਉੱਡ ਕੇ ਕਿਤੇ ਜਾ ਸਕੀਏ ਤੇ ਫਿਰ ਰਾਮਾਂ ਨੂੰ ਕੌਣ ਪੁੱਛੇ? ਜੇ ਚਿੜੀਆਂ ਦੇਣ ਸੁਨੇਹਾ ਤੇ ਫਿਰ ਕਾਵਾਂ ਨੂੰ ਕੌਣ ਪੁੱਛੇ? ਚਾਚੀਆਂ, ਤਾਈਆਂ, ਮਾਮੀਆਂ, ਮਾਸੀਆਂ ਕੋਲੋਂ ਪਿਆਰ ਮਿਲੇ, ਫਿਰ ਮਾਵਾਂ ਨੂੰ ਕੌਣ ਪੁੱਛੇ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਬੜਾ ਔਖਾ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ ਵੈਦ ਨਾ ਭੋਲੇ ਦਾਰੂ ਲਾਏ। ਜਿਨ੍ਹਾਂ ਨੂੰ ਮਾਂ ਦਾ ਵਿਛੋੜਾ ਪਿਆ ਨਾ, ਰੱਬ ਨਾ ਕਰੇ, ਬੜਾ ਔਖਾ ਸਮਾਂ ਹੋ ਜਾਂਦਾ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਉਹਨਾਂ ਤੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹਾਂਜੀ ਟੁਕੜੇ ਖੋਲੇ ਕਾਵਾਂ। ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ, ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੇ ਤੁਰ ਗਏ ਮਾਪੇ, ਦੁਨੀਆ ਸੁਣੀ ਜਪ। ਜਿਨ੍ਹਾਂ ਦੇ ਤੁਰ ਗਏ ਮਾਪੇ, ਉਹਨਾਂ ਨੂੰ ਦੁਨੀਆ ਸੁਣੀ ਜਪ। ਜਿਨ੍ਹਾਂ ਦੇ ਤੁਰ ਗਏ ਮਾਪੇ, ਦੁਨੀਆ ਸੁਣੀ ਜਾਪੇ। ਉਹ ਜਿਨ੍ਹਾਂ ਦੇ ਤੁਰ ਗਏ ਮਾਪੇ, ਉਹਨਾਂ ਨੂੰ
ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੇ ਤੁਰਦੇ ਮਾਪੇ ਉਹਨਾਂ ਨੂੰ ਦੁਨੀਆ ਸੁਣੀ ਜਾਪੇ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਹੱਥੋਂ ਟੁਕੜੇ ਖੋਲੇ ਕਾਵਾਂ। ਦੀਆਂ ਤੁਰ ਗਈਆਂ ਮਾਵਾਂ ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਹੱਥੋਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਟੁਕੜੇ ਖੋਲੇ ਕਾਵਾਂ। ਜਿਨ੍ਹਾਂ ਦੀਆਂ ਤੁਰ ਗਈਆਂ ਮਾਵਾਂ ਉਹਨਾਂ ਦੇ ਹੱਥੋਂ ਤੇ ਕਾਂ ਟੁਕੜੇ ਖੋ ਲੈਂਦੇ। 2 ਸਾਲ ਦੀ ਉਮਰ ਹੈ ਭਾਈ ਜੇਠਾ ਜੀ ਦੀ। ਮਾਂ ਚੜ੍ਹਾਈ ਕਰ ਗਈ, ਸਾਰੇ ਰਿਸ਼ਤੇਦਾਰ ਆਏ ਹੋਏ ਨੇ, ਨਾਨੀ ਵੀ ਆਈ ਹੋਈ ਹੈ। ਮਾਂ ਦਾ ਸਰੀਰ ਸ਼ਮਸ਼ਾਨ ਘਾਟ ਲੈ ਗਏ, ਅੰਤਮ ਸੰਸਕਾਰ ਕਰਕੇ ਘਰ ਵਾਪਸ ਆ ਗਏ। ਹੌਲੀ ਹੌਲੀ ਸਾਧ ਸੰਗਤ ਨਗਰ ਵਾਲੇ ਵੀ ਆਪੋ ਆਪਣੇ ਘਰਾਂ ਨੂੰ ਚਲੇ ਗਏ, ਰਿਸ਼ਤੇਦਾਰ ਵੀ ਆਪਣੇ ਘਰਾਂ ਨੂੰ ਚਲੇ ਗਏ। ਨਾਨੀ ਮਾਂ ਵੀ ਨਗਰ ਬਾਸਰ ਕੇ ਵਾਪਸ ਆ ਗਈ। ਬੇੜਾ ਸੁੰਨਾ ਹੋ ਗਿਆ। ਭਾਈ ਜੇਠਾ ਜੀ ਸਾਧ ਸੰਗਤ ਮਾਂ ਨੂੰ ਯਾਦ ਕਰ ਕਰਕੇ ਰੋ ਰਹੇ ਨੇ। ਪਿਤਾ ਹਰੀਦਾਸ ਜੀ ਆ ਕੇ ਸਾਧ ਸੰਗਤ ਭਾਈ ਜੇਠੇ ਨੂੰ ਚੁੱਕਿਆ ਹੈ, ਗੋਦੀ ਵਿੱਚ ਲਿਆ। ਗੋਦੀ ਵਿੱਚ ਲੈ ਕੇ ਕਹਿੰਦੇ, ਪੁੱਤ ਜੇਠਿਆ ਕਿਉਂ ਤੂੰ ਫਿਕਰ ਕਰਦਾ, ਮੈਂ ਹੈਗਾ ਹਜੇ। ਮੈਂ ਤੇਰੀ ਮਾਂ ਵੀ ਹਾਂ, ਮੈਂ ਤੇਰਾ ਬਾਪ ਵੀ ਹਾਂ। ਤੂੰ ਕਿਉਂ ਚਿੰਤਾ ਕਰਦਾ? ਮੈਂ ਜੋ ਹੈਗਾ ਮੈਂ ਤੈਨੂੰ ਵੱਡਿਆਂ ਕਰਾਂਗਾ। ਮੈਂ ਤੇਰੀ ਹਰ ਖੁਆਇਸ਼ ਪੂਰੀ ਕਰਾਂਗਾ। ਭਾਈ ਹਰਦਾਸ ਜੀ ਨੇ ਸਾਧ ਸੰਗਤ ਬੜੇ ਪਿਆਰ ਦੇ ਨਾਲ ਭਾਈ ਜੇਠੇ ਦੀ ਪਾਲਣਾ ਸ਼ੁਰੂ ਕਰ ਦਿੱਤੀ। ਦੁਕਾਨਦਾਰੀ ਕਰਦੇ ਸਨ। ਭਾਈ ਜੇਠੇ ਨੂੰ ਖਾਣਾ ਖਵਾ ਕੇ ਸਵੇਰੇ ਤਿਆਰ ਕਰਕੇ ਛੱਡ ਜਾਣਾ ਤੇ ਆਪ ਜਾ ਕੇ ਦੁਕਾਨ ਖੋਲ ਲੈਣੀ। ਸ਼ਾਮਾਂ ਨੂੰ ਫਿਰ ਆ ਕੇ ਬੱਚਿਆਂ ਨੂੰ ਵੀ ਵੇਖਣਾ, ਘਰ ਬਾਹਰ ਵੀ ਵੇਖਣਾ। ਅੰਮ੍ਰਿਤ ਵੇਲਾ ਉਠਾਉਣਾ, ਆਪ ਵੀ ਉੱਠਣਾ, ਨਾਲ ਆਵਾਜ਼ ਮਾਰ ਕੇ ਭਾਈ ਜੇਠੇ ਨੂੰ ਵੀ ਉਠਾਉਣਾ। ਪਿਤਾ ਦੇ ਲਾਡ ਵਿੱਚ, ਪਿਤਾ ਦੇ ਪਿਆਰ ਵਿੱਚ ਜਿਵੇਂ ਜਿਵੇਂ ਦਿਨ ਬੀਤਦੇ ਗਏ ਉਵੇਂ ਉਵੇਂ ਹੌਲੀ ਹੌਲੀ ਮਾਂ ਦਾ ਵਿਛੋੜਾ ਵੀ, ਇਹ ਦੁੱਖ ਵੀ ਭੁੱਲਣਾ ਸਾਧ ਸੰਗਤ ਸ਼ੁਰੂ ਹੋ ਗਿਆ, ਦੁੱਖ ਕੱਟਣਾ ਸ਼ੁਰੂ ਹੋ ਗਿਆ। 7 ਸਾਲ ਬੀਤ ਗਏ ਜੀ। 7 ਸਾਲ ਦੀ ਉਮਰ ਹੋਈ। ਇੱਕ ਦਿਨ ਅੰਮ੍ਰਿਤ ਵੇਲਾ ਹੋਇਆ। ਭਾਈ ਜੇਠਾ ਜੀ ਉੱਠ ਖੜੇ, ਪਰ ਅੱਜ ਭਾਈ ਹਰਦਾਸ ਜੀ ਨਹੀਂ ਉੱਠੇ। ਵੇਖਦੇ ਨੇ ਪਿਤਾ ਜੀ ਪਏ ਨੇ ਅਜੇ ਤੱਕ, ਜ਼ਿਆਦਾ ਥਕਾਵਟ ਹੋ ਗਈ ਹੋਣੀ ਹੈ, ਅੱਜ ਉੱਠ ਨਹੀਂ ਸਕੇ। ਕੋਈ ਗੱਲ ਨਹੀਂ, ਤੂੰ ਸਾਰੇ ਕੰਮਕਾਰ ਕਰ ਲੈ। ਕਹਿੰਦੇ ਭਾਈ ਜੇਠਾ ਜੀ ਨੇ ਘਰ ਦਾ ਸਾਰਾ ਕੰਮ ਵੀ ਨਿਬੇੜ ਲਿਆ। ਜਾ ਕੇ ਪਿਤਾ ਜੀ ਨੂੰ ਆਵਾਜ਼ ਮਾਰੀ, ਪਿਤਾ ਜੀ ਉਠੋ, ਮੈਂ ਵੇਖੋ ਸਾਰਾ ਅੱਜ ਘਰ ਦਾ ਕੰਮ ਕਰ ਲਿਆ। ਆਵਾਜ਼ ਮਾਰੀ, ਆਵਾਜ਼ ਨਾ ਵਾਪਸ, ਕੋਈ ਜਵਾਬ ਨਾ ਆਇਆ। ਫਿਰ ਆਵਾਜ਼ ਮਾਰੀ, ਫਿਰ ਕੋਈ ਵਾਪਸ ਹੰਗਾਰਾ ਨਾ ਮਿਲਿਆ। ਸਾਧ ਸੰਗਤ ਕਹਿੰਦੇ ਪਿਤਾ ਨੂੰ ਗਲਵਕੜੀ ਪਾ ਕੇ ਨਾ ਪਿਆਰ ਨਾਲ ਉਠਾਉਂਦੇ ਨੇ, ਪਿਤਾ ਜੀ ਉਠੋ।
ਤੁਸੀਂ ਮੈਨੂੰ ਇੱਕ ਆਵਾਜ਼ ਮਾਰਦੇ ਸੀ, ਮੈਂ ਝੱਟ ਉੱਠ ਖਲੋਂਦਾ ਸੀ। ਮੈਂ ਤੁਹਾਨੂੰ 3 ਆਵਾਜ਼ਾਂ ਮਾਰਤੀਆਂ, ਤੁਸੀਂ ਉੱਠਦੇ ਕਿਉਂ ਨਹੀਂ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਇੱਕ ਆਵਾਜ਼ ਮੈਨੂੰ ਮਾਰਦੇ ਸੀ, ਮੈਂ ਝੱਟ ਉੱਠ ਖਲੋਂਦਾ ਸੀ। ਮੈਂ ਪਿਤਾ ਜੀ ਤੁਹਾਨੂੰ 3 ਆਵਾਜ਼ਾਂ ਮਾਰਤੀਆਂ, ਤੁਸੀਂ ਉੱਠਦੇ ਕਿਉਂ ਨਹੀਂ? ਉੱਠਣ ਤੇ ਤਾਂ ਜੇ ਉੱਥੇ ਹੋਣ, ਉੱਥੇ ਤੇ ਸਰੀਰ ਪਿਆ, ਪ੍ਰਾਣ ਪਖੇਰੂ ਤੇ ਕਿਤੇ ਉੱਡ ਗਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰਾਣ ਪਖੇਰੂ ਤੇ ਉੱਡ ਗਏ। ਜਿਹਨੂੰ ਗੁਰੂ ਸਵਾਰਦਾ ਨੂੰ ਠੋਕਰਾਂ ਵੀ ਲੱਗਦੀਆਂ ਭਾਈ, ਠੋਕਰਾਂ ਵੀ ਲੱਗਦੀਆਂ। ਬਾਣੀ ਕਹਿੰਦੀ ਬਾਬਾ ਬੋਲ ਤੇ ਥੇ ਕਹਾਂ ਗਏ, ਦੇਹੀ ਕੇ ਸੰਗ ਰੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ। ਮਹਾਂਪੁਰਖਾਂ ਦੇ ਪਰਥਾਏ ਭਾਈ ਆ ਧਾਰਨਾ ਪੜਿਆ ਕਰਦੇ ਆ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਉਹ ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। 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 ਉਹ ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਜਿਹੜੇ ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ ਕਿਉਂ ਬੁਲਾਇਆ ਬੋਲੇ ਨਾ। ਬੋਲਦੇ ਸੀ ਅੰਮ੍ਰਿਤ ਬਾਣੀ, ਅੱਜ
क्यों बुलाया बोले ना, ये कौन देती अमृत पानी, आज क्यों बुलाया बोले ना। बाबा बोलते ते कहाँ गए, किथे चले गए, ਜਿਹੜੇ ਥੋੜਾ ਸਮਾਂ ਪਹਿਲਾਂ ਸਾਡੇ ਸਾਹਮਣੇ ਬੋਲਦੇ ਸੀ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ, ਕਿੱਥੇ ਚਲੇ ਗਏ। ਆਂਢ ਗੁਆਂਢ ਇਕੱਠਾ ਹੋ ਗਿਆ, ਭਾਈ ਜੇਠਾ ਜੀ ਤਾਹਾਂ ਮਾਰ ਮਾਰ ਕੇ ਰੋਂਦੇ ਨੇ, ਬਰਲਾਪ ਕਰਦੇ ਨੇ। बचपना है, निर्मल आत्मा है, साध संगत रिश्तेदार आ गए, नानकियां तो नानी मां भी आ गई। जिवें मां दा साध संगत अंतिम संस्कार करके आए सी, इवें पिता दा भी अंतिम संस्कार करके घर वापस आ गए। नानी मां कोल रुक गई। थोड़े दिन नानी मां कोल रही। इन्हां बच्चियां दा कौन है, कौन बाली वारस है। चलो ताए चाचे ने, सारा लाहौर शहर है, इन्हां बच्चियां नूं 2 रोटियां देनियां किन्नियां कुं भारीआं ने, किन्नियां कुं भारीआं ने। पर साध संगत नानी मां ने वेखिया, ਇਹਦੇ ਤਾਏ ਚਾਚਿਆਂ ਨੇ ਰੋਟੀ ਤੇ ਕੀ ਦੇਣੀ, ਭਾਈ ਜੇਠੇ ਨੂੰ ਤੇ ਵੇਖਣਾ ਪਸੰਦ ਨਹੀਂ ਕਰਦੇ। ਤਾਏ ਚਾਚੇ ਚਾਚੀਆਂ ਤਾਈਆਂ ਆਪਣੇ ਬੱਚਿਆਂ ਨੂੰ ਫੜ ਫੜ ਕੇ ਸਾਧ ਸੰਗਤ ਅੰਦਰ ਵਾੜ ਲੈਂਦੀਆਂ ਨੇ। ਕੋਈ ਇਹਨਾਂ ਦੇ ਨਾਲ ਬੱਚਿਆਂ ਦੇ ਖੇਡਣ ਨਹੀਂ ਦਿੰਦਾ, ਕੋਈ ਕੋਲ ਖਲੋਣ ਨਹੀਂ ਦਿੰਦਾ, ਫਟਕਾਰਾਂ ਪਾਉਂਦੇ ਨੇ। ਵੇਖਿਆ ਹਾਲਾਤ ਬੜੇ ਮਾੜੇ ਨੇ। ਅਜੇ ਕੁਝ ਕੁ ਦਿਨ ਹੋਏ, ਭਾਈ ਜੇਠੇ ਦੇ ਪਿਤਾ ਚਲੇ ਗਏ, ਇਹਨਾਂ ਦਾ ਕੋਈ ਬਾਲੀ ਵਾਰਸ ਨਹੀਂ। ਹੁਣ ਮੈਂ ਇਹਨਾਂ ਨੂੰ ਕਿਹਦੇ ਆਸਰੇ ਛੱਡ ਕੇ ਜਾਵਾਂ, ਜਿਹੜੇ ਆਪਣੇ ਨੇ ਉਹਨਾਂ ਨੇ ਤੇ ਮੂੰਹ ਫੇਰ ਲਿਆ। ਦੁਨੀਆ ਹੈ ਸੁੱਖਾਂ ਦੇ ਸੰਗੀ ਨੇ ਭਾਈ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਾਹੁੰਦੇ ਸਕੇਰੇ। ਬਿਪਤ ਪਰੀ ਸਭ ਹੀ ਸੰਗ ਛਾੜਤ, ਕਉ ਨਾ ਆਵਤ ਨੇੜੇ। ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਹੋ ਬੈਂਦੀ ਹੈ, ਪਰਖੇ ਜਾਣ ਸੱਜਣ ਉਹ ਉਦੋਂ ਜਦ ਬਾਜੀ ਪੁੱਠੀ ਪੈਂਦੀ ਹੈ। ਸੱਜਣ ਸਹੀ ਨਾਲ ਵੇਂ ਜੋ ਚੱਲਦਿਆਂ ਨਾਲ ਚਲਨ, ਜਿੱਥੇ ਅਲੇਖਾ ਮੰਗੀਆ ਤਿੱਥੇ ਖੜੇ ਦਸਨ। ਅਸਲ ਸੱਜਣ ਉਹ ਹੈ ਭਾਈ, ਜਿਹੜਾ ਸੁਖ ਵੇਲੇ ਤੇ ਨਾਲ ਖੜਦਾ ਹੀ ਖੜਦਾ, ਦੁੱਖ ਵੇਲੇ ਵੀ ਨਾਲ ਖੜੇ। ਜਿਹੜਾ ਸੁਖ ਵੇਲੇ ਨੇੜੇ ਹੋ ਖੜਦਾ, ਦੁੱਖ ਪਿਆ ਤੇ ਸਾਧ ਸੰਗਤ ਸਭ ਨਾਲੋਂ ਪਹਿਲਾਂ ਦੂਰ ਭੱਜ ਗਿਆ, ਉਹ ਕਾਹਦਾ ਤੇਰਾ ਸੱਜਣ। ਉਹਦੇ ਨਾਲੋਂ ਤੇ ਵੱਡਾ ਦੁਸ਼ਮਣ ਕੋਈ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਿਸੇ ਨੇ ਜਦੋਂ ਬਾਹ ਨਾ ਫੜੀ ਤੇ ਨਾਨੀ ਮਾਂ ਕਹਿੰਦੀ, ਪੁੱਤ ਜੇਠਿਆ ਹੁਣ ਤੁਹਾਨੂੰ ਮੈਂ ਇੱਥੇ ਨਹੀਂ ਛੱਡ ਕੇ ਜਾਣਾ, ਚਲੋ ਤੁਸੀਂ ਮੇਰੇ ਨਾਲ ਨਗਰ ਵਾਸਰ ਗਏ। ਹਾਲਾਤ ਤੇ ਉਥੋਂ ਦੇ ਵੀ ਬਹੁਤੇ ਚੰਗੇ ਨਹੀਂ, ਤੇਰਾ ਨਾਨਾ ਵੀ ਹੈ ਨਹੀਂ, ਤੇਰਾ ਮਾਮਾ ਵੀ ਹੈ ਨਹੀਂ, ਪਰ ਗੁਰੂ ਆਸਰੇ ਜਿੰਨਾ ਚਿਰ ਜਿਉਂਦੀ ਹਾਂ, ਜਿੰਨਾ ਚਿਰ ਜਿਉਂਦੀ ਹਾਂ, ਜਿੰਨਾ ਹੋ ਸਕਿਆ ਤੁਹਾਨੂੰ ਲਾਡ ਪਿਆਰ ਤੇ ਦੇਵਾਂਗੀ, ਜਿੰਨਾ ਕੁ ਹੋ ਸਕਿਆ ਤੁਹਾਡਾ ਪੇਟ ਤਾਂ ਭਰਾਂਗੀ। ਮੈਂ ਤੇ ਸੋਚਦੀ ਸੀ ਵੀ ਚਲੋ ਹਫ਼ਤਾ 10 ਦਿਨ ਰੁਕ ਕੇ ਤੁਹਾਡੀ ਸਾਂਭ ਸੰਭਾਲ, ਤੁਹਾਡੇ ਚਾਏ ਚਾਚੇ ਸਾਰਾ ਲਾਹੌਰ ਵਸਦਾ, 2 ਰੋਟੀਆਂ ਦੇਣੀਆਂ ਤੁਹਾਨੂੰ ਕਿੰਨੀਆਂ ਕੁ ਭਾਰੀਆਂ ਨੇ, ਮੈਂ ਚਲੀ ਜਾਵਾਂਗੀ। ਪਰ ਇੱਥੇ ਤੇ ਤੁਹਾਡੀ ਕੋਈ ਬਾਤ ਨਹੀਂ ਪੁੱਛਦਾ। ਮੈਂ ਨਹੀਂ ਤੁਹਾਨੂੰ ਇਹੋ ਜਿਹੇ ਹਾਲਾਤਾਂ ਵਿੱਚ, ਇਹੋ ਜਿਹੀਆਂ ਨਿਰਦਈਆਂ ਵਿੱਚ ਛੱਡ ਕੇ ਜਾਣਾ। ਚੱਲੋ ਮੇਰੇ ਨਾਲ। ਤਿਆਰੀ ਕਰਨ ਲੱਗੇ ਜਾਣ ਦੀ। ਸਾਧ ਸੰਗਤ ਗਠੜੀ ਬੰਨ ਲਈ ਕੱਪੜਿਆਂ ਦੀ, ਜਾਣ ਲੱਗੇ।
ਨਾਨੀ ਮਾਂ ਨੇ ਸਾਧ ਸੰਗਤ ਘਰ ਦੇ ਬੂਹੇ ਬੰਦ ਕੀਤੇ, ਤਾਲਾ ਲਾਇਆ। ਜਦੋਂ ਤਾਲਾ ਲਾਇਆ ਤੇ ਭਾਈ ਜੇਠਾ ਜੀ ਸਾਧ ਸੰਗਤ ਬੰਦ ਹੁੰਦਿਆਂ ਬੂਹਿਆਂ ਵੱਲੀ ਬੜੇ ਧਿਆਨ ਨਾਲ ਵੇਖ ਰਹੇ ਨੇ। ਜਦੋਂ ਮਾਂ ਨੇ, ਨਾਨੀ ਮਾਂ ਨੇ ਬੂਹਾ ਬੰਦ ਕੀਤਾ, ਭਾਈ ਜੇਠਾ ਜੀ ਕਹਿੰਦੇ ਨਾਨੀ ਮਾਂ ਇਹ ਦਰਵਾਜ਼ਾ ਬੰਦ ਤੇ ਕਰ ਦਿੱਤਾ, ਦੱਸੋ ਤੇ ਸਹੀ ਇਹ ਦਰਵਾਜ਼ਾ ਹੁਣ ਖੁੱਲੇਗਾ ਕਦੋਂ? ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਦਰਵਾਜ਼ਾ ਬੰਦ ਤੇ ਕਰ ਦਿੱਤਾ, ਨਾਨੀ ਮਾਂ ਦੱਸ ਤੇ ਸਹੀ ਇਹ ਦਰਵਾਜ਼ਾ ਖੁੱਲੇਗਾ ਕਦੋਂ? ਨਾਨੀ ਮਾਂ ਕਹਿਣ ਲੱਗੀ ਪੁੱਤ ਜੇਠਿਆ ਇਹ ਪਤਾ ਨਹੀਂ ਦਰਵਾਜ਼ਾ ਹੁਣ ਕਦੋਂ ਖੁੱਲੇਗਾ, ਇਹ ਤੇ ਦਰਵਾਜ਼ੇ ਹੁਣ ਉਦੋਂ ਹੀ ਖੁੱਲਣਗੇ, ਉਹਨੂੰ ਹੀ ਪਤਾ ਕਦੋਂ ਖੁੱਲਣਗੇ ਜਿਹਨੇ ਬੰਦ ਕਰਵਾਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਤੇ ਬੰਦ ਕਰਵਾਉਣ ਵਾਲਾ ਹੀ ਜਾਣੇ ਹੁਣ ਇਹ ਦਰਵਾਜ਼ੇ ਕਦੋਂ ਖੁੱਲਣਗੇ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਭਾਈ ਜੇਠਾ ਜੀ ਨਾਲ ਸਾਧ ਸੰਗਤ, ਇੱਕ ਛੋਟਾ ਭਰਾ ਤੇ ਛੋਟੀ ਭੈਣ, ਉਹ ਵੀ ਤੁਰ ਪਏ। ਤੁਰੇ ਜਾਂਦੇ ਨੇ। ਮੇਰੇ ਸਤਿਗੁਰ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, 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 ਮੇਰੇ ਮਾਲਕਾ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਸਤਿਗੁਰ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਦਾਤਿਆ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਤੇਰੀਆਂ ਰਚਾਈਆਂ ਖੇਡਾਂ, ਤੇਰੀਆਂ ਰਚਾਈਆਂ, ਤੇਰੀਆਂ ਰਚਾਈਆਂ ਖੇਡਾਂ, ਤੇਰੀਆਂ ਰਚਾਈਆਂ, ਤੇਰੀਆਂ ਰਚਾਈਆਂ ਖੇਡਾਂ, ਤੇਰੀਆਂ ਰਚਾਈਆਂ, ਤੇਰੀਆਂ ਬੇਪਰਵਾਹੀਆਂ ਸਾਨੂੰ ਸਮਝ ਨਾ ਆਈਆਂ, ਤੇਰੀਆਂ ਬੇਪਰਵਾਹੀਆਂ ਸਾਨੂੰ ਸਮਝ ਨਾ ਆਈਆਂ, ਤੇਰੀਆਂ ਬੇਪਰਵਾਹੀਆਂ ਸਾਨੂੰ ਸਮਝ ਨਾ ਆਈਆਂ, ਮੇਰੇ ਦਾਤਾ ਜੀ, ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਤੇਰੀਆਂ ਰਚਾਈਆਂ ਖੇਡਾਂ ਸਾਰੀਆਂ, ਮੇਰੇ ਮਾਲ
रंगां विच राजी है। तेरी रजा नूं कोई नहीं समझ सकिया, तेरे भाणे नूं कोई नहीं समझ सकिया। महाराज तू किहड़ियां रंगां विच राजी है। हर बंदा बनाया ते तेरा ही आ। एक दे मन विच निमरता ही निमरता भर देना, एक दे मन विच माण ही माण, एक दे मन विच दया ही दया, ते एक निर्दयी ही निर्दयी है ते वो भी तेरे ही साजे। महाराज तेरी करनी नूं कौन समझे। सारी दुनिया बनाई तेरी, साजी तेरी। एक बंदे ओ जेड़े भला करदे नहीं थकदे, एक बंदे ओ जेड़े पाप करदे नहीं थकदे, एक बंदे ओ जेड़े अपनियां दा साथ निभाउंदे नहीं थकदे, एक बंदे ओ जेड़े साध संगत अपनियां दा बुरा करदे नहीं थकदे। आखो सतनाम। बुरा करदे नहीं थकदे, तुरे जांदे ने। महाराज ये गल ते समझ विच आ गई, इत्थे कोई अपना नहीं, इत्थे तू ही है। तू मेरा पिता, तू मेरा माता, तू मेरा बंधु, तू मेरा भ्राता, तू मेरा राखा सबनी थाई। तां भौ के हार काड़ा जी लैके तुरी जांदी नानी मां, भाई जेठा भी तुरिया जांदा। ते साध संगत जिवें मन विच पढ़दा होवे, तू मेरा राखा जी सबनी थाई, सबनी थाई। 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 सबनी थाई, सबनी थाई, सबनी थाई, सबनी थाई। सबनी थाई, सबनी थाई, सबनी थाई, सबनी थाई। सबनी थाई, सबनी थाई, सबनी थाई, सबनी थाई। ओ सबनी थाई, सबनी थाई, सबनी थाई, सबनी थाई। सबनी थाई, सबनी थाई, सबनी थाई, सबनी थाई। सबनी थाई, सबनी थाई, सबनी थाई, सबनी थाई। हाँ तू मेरा राखा जी सबनी थाई, सबनी थाई। 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 रखो एक हमारा स्वामी, जगत कटाता अंतर जामी। उठत सुखिया बैठत सुखिया, भाव नहीं लागे जैसे दुखिया।
जहां कहां प्रभ तू वरतंता, घर सुख वसिया बाहर सुख पाया, कहो नानक गुर ਮੰਤਰ ਤਰੜਾਇਆ ਮੰਤਰ ਦਰੜਾਇਆ। ਰੱਬ ਦੇ ਆਸਰੇ ਨਾਨੀ ਮਾਂ ਲੈ ਕੇ ਤੁਰ ਪਈ, ਨਗਰ ਬਾਸਰ ਕੇ ਪਹੁੰਚ ਗਏ। ਸਾਧ ਸੰਗਤ ਭਾਈ ਜੇਠਾ ਨਾਨਕਿਆਂ ਦੇ ਘਰ ਆ ਗਿਆ। ਸਾਧ ਸੰਗਤ ਨਾਨਕਿਆਂ ਦੇ ਘਰ ਰਹਿਣਾ ਸ਼ੁਰੂ ਕੀਤਾ। ਵੇਖਦਾ ਬਾਹਰ ਗਲੀ ਦੇ ਵਿੱਚ ਉਹਦੇ ਹਾਣ ਦੇ ਬੱਚੇ ਖੇਡਦੇ ਫਿਰਦੇ ਆ। ਬੱਚੇ ਭੱਜਦੇ ਆ, ਇੱਧਰ ਨੂੰ ਜਾਂਦੇ ਆ, ਭੱਜਦੇ ਆ, ਇੱਧਰ ਨੂੰ ਜਾਂਦੇ ਆ। ਕਹਿਣ ਲੱਗਾ ਨਾਨੀ ਮਾਂ, ਬਾਹਰ ਮੇਰੇ ਹਾਣ ਦੇ ਬੱਚੇ ਖੇਡਦੇ ਆ, ਮੈਂ ਵੀ ਉਹਨਾਂ ਵਿੱਚ ਜਾ ਕੇ ਖੇਡ ਲਵਾਂ। ਹਾਂ ਮੇਰਾ ਪੁੱਤ, ਜ਼ਰੂਰ ਜਾ ਕੇ ਖੇਡ। ਬੱਚਿਆਂ ਦੇ ਵਿੱਚ ਖੇਡਣ ਵਾਸਤੇ ਚਲਿਆ ਗਿਆ। ਸਾਧ ਸੰਗਤ ਥੋੜੀ ਸਮੇਂ ਬਾਅਦ ਵਾਪਸ ਆ ਗਿਆ। ਵਾਪਸ ਆਇਆ, ਨੈਣਾ ਦੇ ਵਿੱਚੋਂ ਹੰਝੂ ਗਿਰਦੇ ਆ। ਮੰਜੇ ਤੇ ਨੀਵੀਂ ਭਾਈ ਬੈਠਾ, ਭਾਈ ਜੇਠਾ ਰੋਈ ਜਾਵੇ। ਕੰਮ ਕਰਦੀ ਕਰਦੀ ਨਾਨੀ ਮਾਂ ਨੇ ਤੱਕਿਆ, ਮੇਰਾ ਪੁੱਤ ਭਾਈ ਜੇਠਾ ਇਹ ਤੇ ਖੇਡਣ ਗਿਆ ਸੀ, ਏਡੀ ਛੇਤੀ ਵਾਪਸ ਆ ਗਿਆ, ਬੈਠਾ ਰੋਈ ਜਾਂਦਾ। ਭੱਜ ਕੇ ਆਈ, ਆ ਕੇ ਬੁੱਕਲ ਵਿੱਚ ਲਿਆ। ਜੇਠਿਆ ਪੁੱਤ ਕੀ ਗੱਲ ਹੋਈ? ਤੂੰ ਤੇ ਖੇਡਣ ਗਿਆ ਸੀ, ਤੂੰ ਵਾਪਸ ਕਿਉਂ ਆ ਗਿਆ? ਰੋ ਕਿਉਂ ਰਿਹਾ? ਮਾਂ, ਮੈਨੂੰ ਉਹਨਾਂ ਬੱਚਿਆਂ ਨੇ ਆਪਣੇ ਨਾਲ ਨਹੀਂ ਖਿਡਾਇਆ, ਨਾਲ ਨਹੀਂ ਖਿਡਾਇਆ। ਪੁੱਤ ਫਿਰ ਰੋਂਦਾ ਕਿਉਂ ਹੈ? ਕੋਈ ਗੱਲ ਨਹੀਂ, ਅੱਜ ਪਹਿਲਾ ਦਿਨ ਹੈ ਨਾ, ਅਜੇ ਤੇਰੀ ਦੋਸਤੀ ਨਹੀਂ ਉਹਨਾਂ ਨਾਲ ਪਈ। ਹੌਲੀ ਹੌਲੀ ਜਦੋਂ ਰੋਜ਼ ਮਿਲੇਗਾ, ਰੋਜ਼ ਖੇਡੇਗਾ, ਫਿਰ ਤੇਰੀ ਦੋਸਤੀ ਪੈ ਜਾਏਗੀ, ਪਿਆਰ ਪੈ ਜਾਏਗਾ, ਫਿਰ ਤੈਨੂੰ ਆਪਣੇ ਨਾਲ ਖਿਡਾਇਆ ਕਰਨਗੇ। ਨਹੀਂ ਮਾਂ, ਉਹਨਾਂ ਨੇ ਤੇ ਕੁਝ ਨਹੀਂ ਆਖਿਆ, ਉਹ ਤੇ ਨਾਲ ਖਿਡਾਉਂਦੇ ਸੀ, ਫਿਰ ਕੀ ਹੋ ਗਿਆ? ਉਹਨਾਂ ਦੀਆਂ ਮਾਵਾਂ ਆਈਆਂ, ਉਹ ਆਪਣੇ ਬੱਚਿਆਂ ਨੂੰ ਬਾਹੋਂ ਫੜ ਕੇ ਮੇਰੇ ਕੋਲ ਲੈ ਗਈਆਂ, ਕਹਿੰਦੀਆਂ ਇਹਦੇ ਨਾਲ ਨਹੀਂ ਖੇਡਣਾ, ਇਹਦੇ ਨਾਲ ਨਹੀਂ ਖੇਡਣਾ, ਇਹਦੇ ਨਾਲ ਕਿਉਂ ਖੇਡ ਰਹੇ ਹੋ? ਇਹਨੂੰ ਆਪਣੇ ਕੋਲ ਕਿਉਂ ਖੜਾਇਆ? ਇਹਦੇ ਤੇ ਦਰਸ਼ਨ ਕਰਨੇ ਮਾੜੇ ਆ, ਇਹ ਤੇ ਨਕੜਮਾ ਹੈ, ਇਹਦਾ ਤੇ ਮੂੰਹ ਵੇਖਣਾ ਮਾਰਾ। ਜਿੱਦਣ ਦਾ ਪੈਦਾ ਹੋਇਆ ਆਪਣਾ ਘਰ ਖਾ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਦਣ ਦਾ ਪੈਦਾ ਹੋਇਆ ਆਪਣਾ ਘਰ ਉਜਾੜ ਦਿੱਤਾ ਇਹਨੇ। ਜੇ ਇੰਨਾ ਚੰਗਾ ਹੁੰਦਾ ਇਹਦੇ ਤਾਏ ਚਾਚੇ ਨੇ ਇਹਨੂੰ ਘਰ ਰੱਖ ਲੈਂਦੇ, ਇੰਨਾ ਚੰਗਾ ਹੁੰਦਾ ਇਹ ਆਪਣੇ ਘਰ ਨਾ ਰਹਿੰਦਾ। ਇਹਦੇ ਨਾਲ ਨਹੀਂ ਖੇਡਣਾ, ਇਹਦੇ ਤੇ ਦਰਸ਼ਨ ਕਰਨੇ ਮਾੜੇ ਆ। ਜਦੋਂ ਭਾਈ ਜੇਠੇ ਨੇ ਇਹ ਗੱਲ ਆਖੀ ਨਾ, ਨਾਨੀ ਮਾਂ ਦੀ ਧਾਹ ਨਿਕਲ ਗਈ। ਕੁੱਟ ਕੇ ਛਾਤੀ ਨਾਲ ਲਾਇਆ, ਕਹਿਣ ਲੱਗੀ ਪੁੱਤ ਜੇਠਿਆ, ਇਹਨਾਂ ਦੀਆਂ ਗੱਲਾਂ ਨਾ ਸੁਣੇ ਤੇ ਝੂਠ ਬੋਲਦੇ ਆ, ਇਹਨਾਂ ਦੀਆਂ ਗੱਲਾਂ ਨਾ ਸੁਣੇ ਤੇ ਝੂਠ ਬੋਲਦੇ ਆ। ਅੱਜ ਕਹਿੰਦੇ ਆ ਤੇਰੇ ਦਰਸ਼ਨ ਕਰਨੇ ਮਾੜੇ ਆ, ਸਮਾਂ ਆਵੇਗਾ ਤੇਰੇ ਦਰਸ਼ਨਾਂ ਨੂੰ ਦੁਨੀਆ ਤਰਸਿਆ ਕਰੇਗੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਕਹਿੰਦੇ ਤੇਰੇ ਦਰਸ਼ਨ ਕਰਨੇ ਮਾੜੇ ਆ, ਸਮਾਂ ਆਵੇਗਾ ਤੇਰੇ ਦਰਸ਼ਨਾਂ ਨੂੰ ਦੁਨੀਆ ਤਰਸਿਆ ਕਰੇਗੀ। ਪਤਾ ਨਹੀਂ ਸਾਧ ਸੰਗਤ ਤੋਂ ਨਾਨੀ ਮਾਂ ਦੇ ਹਿਰਦੇ ਵਿੱਚੋਂ ਕਿਹੜੀ ਭਾਵਨਾ ਦੇ ਬੋਲ ਨਿਕਲੇ ਸੀ, ਕਿਹੜੀ ਅੰਦਰੋਂ ਸਾਧ ਸੰਗਤ ਬੋਲ ਨਿਕਲੇ ਹੋਏ ਪਰਮਾਤਮਾ ਨੇ ਸੁਣ ਲਏ। ਅੱਜ ਵੇਖੋ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ ਜਾ ਕੇ, ਜਿੰਨਾ ਚਿਰ ਸੱਚਖੰਡ ਦਾ ਦਰਵਾਜ਼ਾ ਨਹੀਂ ਨਾ ਖੁੱਲਦਾ, ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਾਧ ਸੰਗਤ ਘੰਟੇ ਬੱਧੀ ਖੜੇ ਰਹਿੰਦੇ ਨੇ, ਕਦੋਂ ਦਰਵਾਜ਼ਾ ਖੁੱਲੇ, ਕਦੋਂ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰੀਏ। ਆਖੋ ਸਤਨਾਮ ਵਾਹਿਗੁਰੂ। ਜਿਹੜੇ ਕਹਿੰਦੇ ਸੀ ਇਹਨੇ ਤੇ ਆਪਣਾ ਘਰ ਉਜਾੜ ਦਿੱਤਾ, ਜਿਹੜੇ ਕਹਿੰਦੇ ਸੀ ਇਹਦਾ ਹੁਣ ਘਰ ਨਹੀਂ ਵਸਣਾ, ਇਹਦਾ ਬਣੇਗਾ ਕੀ, ਫਿਰ ਉਹਨਾਂ ਦੀ ਬਾਵਤੀ ਬਾਣੀ ਵਿੱਚ ਲਿਖ ਦਿੱਤਾ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾ ਨਾਨਕ ਕਸਮ ਲਜਾਏ ਨਾਈਏ ਰਾਮ ਦਾਸ ਸਰ। ਅੱਜ ਉਹਦੇ ਨਾਂ ਤੇ ਪੂਰਾ ਸ਼ਹਿਰ ਵਸ ਗਿਆ। ਜਿਹੜੇ ਕਹਿੰਦੇ ਸੀ ਇਹਦਾ ਤੇ ਆਪਣਾ ਘਰ ਨਹੀਂ ਵਸਣਾ, ਅੱਜ ਉਹਦੇ ਤੋਂ ਬਿਨਾਂ ਕਿਸੇ ਦਾ ਘਰ ਵਸਦਾ ਹੀ ਨਹੀਂ।
ਜਿੰਨਾ ਚਿਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰੀ ਹੋਈ ਪਾਵਨ ਪਵਿੱਤਰ ਬਾਣੀ ਲਾਵਾਂ ਨਾਨਾ ਪੜੀ ਜਾਵੇ ਵਿਆਹ ਦੇ ਵਿੱਚ, ਆਨੰਦ ਕਾਰਜ ਸੰਪੂਰਨ ਨਹੀਂ ਹੁੰਦੇ। ਜੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੀਆਂ ਉਚਾਰੀਆਂ ਹੋਈਆਂ 4 ਲਾਵਾਂ ਉਹ ਬਾਣੀ ਪੜੀ ਜਾਂਦੀ ਹੈ ਤਾਂ ਕਿਸ ਦਾ ਘਰ ਵਸਦਾ ਹੈ। ਸਾਧ ਸੰਗਤ ਜਿਹੜੇ ਕਹਿੰਦੇ ਸੀ ਇਹਦਾ ਘਰ ਨਹੀਂ ਵਸਣਾ, ਇਹਨੇ ਆਪਣਾ ਘਰ ਉਜਾੜ ਦਿੱਤਾ। ਸਾਧ ਸੰਗਤ ਉਹਨੇ ਦੁਨੀਆ ਦੇ ਘਰ ਵਸਾ ਦਿੱਤੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹਨੇ ਦੁਨੀਆ ਦੇ ਘਰ ਵਸਾ ਦਿੱਤੇ। ਸਾਧ ਸੰਗਤ ਨਾਨੀ ਮਾਂ ਕਹਿਣ ਲੱਗੀ, ਪੁੱਤ ਜੇਠਿਆ ਮੈਂ ਤੈਨੂੰ ਘੁੰਗਣੀਆਂ ਦਾ ਪ੍ਰਸ਼ਾਦ ਬਣਾ ਕੇ ਦਿਆ ਕਰਾਂਗੀ, ਤੂੰ ਨਾ ਉਹ ਪ੍ਰਸ਼ਾਦ ਵੇਚਿਆ ਕਰ। ਜਦੋਂ ਪ੍ਰਸ਼ਾਦ ਵੇਚਿਆ ਕਰੇਗਾ ਥੋੜੀ ਬਹੁਤੀ ਕਮਾਈ ਆਏਗੀ, ਮਾਇਆ ਆਏਗੀ, ਆਪਣੇ ਘਰ ਦਾ ਗੁਜ਼ਾਰਾ ਹੋਣ ਲੱਗ ਜਾਊਗਾ। ਪੁੱਤ ਤੇਰੀ ਉਮਰਾਂ ਤੇ ਛੋਟੀ ਆ, ਪਰ ਤੇਰੇ ਸਿਰ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ। ਇੰਜ ਘਰ ਬੈਠ ਕੇ ਤੇ ਬੱਚਿਆਂ ਵਿੱਚ ਖੇਡ ਕੇ ਆਪਣਾ ਗੁਜ਼ਾਰਾ ਨਹੀਂ ਹੋਣਾ, ਤੇਰੀ ਜ਼ਿੰਮੇਵਾਰੀ ਬਹੁਤ ਵੱਡੀ ਆ। ਨਾਨੀ ਮਾਂ ਨੇ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰਕੇ ਦੇਣਾ, ਭਾਈ ਜੇਠੇ ਨੇ ਜਾ ਕੇ ਸਾਧ ਸੰਗਤ ਵੇਚਣਾ। ਇੱਕ ਦਿਨ ਕੀ ਹੋਇਆ, ਨਾਨੀ ਮਾਂ ਨੇ ਘੁੰਗਣੀਆਂ ਦਾ ਪ੍ਰਸ਼ਾਦ ਤਿਆਰ ਕਰਕੇ ਦਿੱਤਾ, ਭਾਈ ਜੇਠਾ ਜੀ ਵੇਚਣ ਵਾਸਤੇ ਗਏ। ਵੇਚਣ ਵਾਸਤੇ ਗਏ, ਥੋੜੇ ਚਿਰ ਜੀ ਵਾਪਸ ਆ ਗਏ। ਜਦੋਂ ਵਾਪਸ ਆ ਗਏ, ਨਾਨੀ ਮਾਂ ਵੇਖਦੀ ਹੈ ਭਾਈ ਜੇਠਾ ਜੀ ਵਾਪਸ ਆ ਗਏ, ਅੱਜ ਚਿਹਰੇ ਤੇ ਬੜੀ ਰੌਣਕ ਹੈ, ਅੱਜ ਚਿਹਰਾ ਬੜਾ ਗਦਗਦ ਕਰਦਾ, ਬੜੇ ਖੁਸ਼ ਨੇ। ਕੋਲ ਆਏ, ਪੁੱਤ ਜੇਠਿਆ ਪ੍ਰਸ਼ਾਦ ਵਿਕ ਗਿਆ? ਹਾਂ ਮਾਂ ਵਿਕ ਗਿਆ। ਅੱਜ ਖੁਸ਼ ਬੜਾ, ਇੰਨੀ ਜਲਦੀ? ਘੁੰਗਣੀਆਂ ਦਾ ਪ੍ਰਸ਼ਾਦ ਤੇ ਗਰੀਬ ਲੋਕ ਕੋਈ 1 ਪੈਸੇ ਦਾ, ਕੋਈ 2 ਪੈਸੇ ਦਾ ਖਰੀਦਦਾ, ਇੰਨੀ ਛੇਤੀ ਪ੍ਰਸ਼ਾਦ ਵੇਚ ਕੇ ਕਿਵੇਂ ਮੁੜ ਵਾਪਸ ਆ ਗਿਆ? ਮਾਂ ਅੱਜ ਪ੍ਰਸ਼ਾਦ ਵੀ ਜਲਦੀ ਵਿਕ ਗਿਆ ਤੇ ਅੱਜ ਪ੍ਰਸ਼ਾਦ ਦੀ ਕੀਮਤ ਵੀ ਬੜੀ ਮਿਲੀ। ਅੱਜ ਪ੍ਰਸ਼ਾਦ ਇੰਨਾ ਮਹਿੰਗਾ ਵਿਕਿਆ ਜਿਹੜਾ ਕਦੇ ਨਹੀਂ ਵਿਕਿਆ। ਪੁੱਤ ਕਮਾਈ ਕਿੱਥੇ ਆ, ਮਾਇਆ ਕਿੱਥੇ ਆ? ਮਾਂ ਮਾਇਆ ਵਿਖਾ ਨਹੀਂ ਸਕਦਾ, ਕਮਾਈ ਵਿਖਾ ਨਹੀਂ ਸਕਦਾ, ਪਰ ਮੇਰੇ ਚਿਹਰੇ ਦੀ ਰੌਣਕ ਤੋਂ ਵੇਖ ਵੀ ਅੱਜ ਕਿੰਨੀ ਕਮਾਈ ਕੀਤੀ ਹੋਣੀ ਆ। ਕਹਿੰਦੀ ਬੁਝਾਰਤਾਂ ਜੀਆਂ ਪੁੱਤ ਕੀ ਪਾਈ ਜਾਂਦਾ, ਮੈਨੂੰ ਸੱਚ ਦੱਸ ਹੋਇਆ ਕੀ? ਸਾਧ ਸੰਗਤ ਨੈਣਾ 'ਚ ਜਲ ਭਰ ਕੇ ਕਹਿਣ ਲੱਗੇ, ਮਾਂ ਜਦੋਂ ਮੈਂ ਘੁੰਗਣੀਆਂ ਵੇਚਣ ਜਾਂਦਾ ਸੀ ਨਾ ਤੇ ਮੈਂ ਵੇਖਦਾ ਸੀ ਬੱਚਿਆਂ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਆਵਾਜ਼ਾਂ ਮਾਰਦੀਆਂ। ਕੋਈ ਮਾਂ ਕਹਿੰਦੀ ਆ ਪੁੱਤ ਮੈਂ ਤੈਨੂੰ ਤਿਆਰ ਕਰ ਦਿਆਂ, ਕੋਈ ਮਾਂ ਕਹਿੰਦੀ ਆ ਪੁੱਤ ਮੈਂ ਤੇਰਾ ਇਸ਼ਨਾਨ ਕਰਵਾ ਦਿਆਂ, ਕੋਈ ਮਾਂ ਕਹਿੰਦੀ ਆ ਪੁੱਤ ਮੈਂ ਤੈਨੂੰ ਖਾਣਾ ਖਵਾ ਦਿਆਂ, ਕੋਈ ਮਾਂ ਕਹਿੰਦੀ ਆ ਪੁੱਤ ਮੈਂ ਤੇਰੇ ਕੇਸ ਸਵਾਰ ਦਿਆਂ। ਮੈਂ ਕੰਨਾਂ ਵਿੱਚ ਹਰ ਮਾਂ ਨੂੰ ਪੁੱਤ ਪੁੱਤ ਕਹਿ ਕੇ ਆਵਾਜ਼ ਮਾਰਦਿਆਂ ਸੁਣਦਾ ਸੀ ਤੇ ਮੇਰਾ ਮਨ ਰੋਂਦਾ ਸੀ, ਜੇ ਮੇਰੀ ਮਾਂ ਹੁੰਦੀ ਮੈਨੂੰ ਵੀ ਇੰਜੀ ਆਵਾਜ਼ ਮਾਰਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੇਰਾ ਮਨ ਰੋਂਦਾ ਸੀ, ਜੇ ਮੇਰੀ ਮਾਂ ਹੁੰਦੀ ਮੈਨੂੰ ਵੀ ਇੰਜੀ ਆਵਾਜ਼ ਮਾਰਦੀ। ਅੱਜ ਜਦੋਂ ਮੈਂ ਪ੍ਰਸ਼ਾਦ ਵੇਚਦਾ ਸੀ ਨਾ ਤੇ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ, ਆਵਾਜ਼ ਪਈ, ਪੁੱਤ ਘੁੰਗਣੀਆਂ ਵੇਚਦਾ। ਦੂਸਰੀ ਵਾਰ ਫਿਰ ਆਵਾਜ਼ ਪਈ, ਉਹ ਘੁੰਗਣੀਆਂ ਵੇਚਣ ਵਾਲੇ ਪੁੱਤਰਾ ਮੇਰੀ ਗੱਲ ਸੁਣ। ਕਹਿੰਦੇ ਜਦੋਂ ਮੈਂ ਮਗਰ ਮੁੜ ਕੇ ਵੇਖਿਆ ਵੀ ਮੈਨੂੰ ਕਰਮਾਂ ਮਾਰੇ ਨੂੰ ਅੱਜ ਪੁੱਤ ਪੁੱਤ ਕਹਿ ਕੇ ਕੌਣ ਆਵਾਜ਼ਾਂ ਮਾਰ ਰਿਹਾ ਹੈ। ਮੇਰੇ ਤੇ ਕੰਨ ਤਰਸੇ ਪਏ ਸੀ, ਮੈਨੂੰ ਕੋਈ ਪੁੱਤ ਕਹਿ ਕੇ ਆਵਾਜ਼ਾਂ ਮਾਰਦਾ, ਮੈਨੂੰ ਕੌਣ ਪੁੱਤਰ ਪੁੱਤਰ ਕਹਿ ਕੇ ਆਵਾਜ਼ਾਂ ਮਾਰ ਰਿਹਾ ਹੈ।
ਜਦੋਂ ਮੈਂ ਮੁੜ ਕੇ ਵੇਖਿਆ ਇੱਕ ਸਾਧੂ ਉਹ ਮੈਨੂੰ ਪੁੱਤਰਾ ਪੁੱਤਰਾ ਕਹਿ ਕੇ ਆਵਾਜ਼ਾਂ ਮਾਰਦਾ ਸੀ। ਕੋਲ ਜਾ ਕੇ ਆਖਿਆ, ਦੱਸੋ ਮਹਾਂਪੁਰਖੋ। ਕਹਿਣ ਲੱਗਾ, ਪੁੱਤਰਾ ਘੁੰਗਣੀਆਂ ਵੇਚਦਾ? ਹਾਂ ਮਹਾਰਾਜ, ਮੈਂ ਘੁੰਗਣੀਆਂ ਵੇਚਦਾ। ਕਹਿੰਦੇ, ਮੈਂ ਕਈਆਂ ਦਿਨਾਂ ਦਾ ਭੁੱਖਾ, ਮੇਰੇ ਕੋਲੇ ਮਾਇਆ ਤੇ ਹੈ ਨਹੀਂ, ਤੂੰ ਮੁੱਲ ਵੇਚਦਾ ਹੈ। ਪਰ ਜੇ ਤੂੰ ਮੈਨੂੰ ਘੁੰਗਣੀਆਂ ਛਕਾ ਦੇਵੇਂ ਤੇਰਾ ਭਲਾ ਹੋਵੇ। ਸਾਧ ਸੰਗਤ ਆਖਿਆ, ਮਹਾਂਪੁਰਖੋ ਜਿਹੜੀ ਘੁੰਗਣੀਆਂ ਦੀ ਕੀਮਤ ਅੱਜ ਤੁਸੀਂ ਮੈਨੂੰ ਦਿੱਤੀ ਹੈ ਤੇ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ, ਕਿਸੇ ਨੇ ਨਹੀਂ ਦਿੱਤੀ। ਜਿੰਨਾ ਮਰਜ਼ੀ ਪ੍ਰਸ਼ਾਦ ਛਕੋ। ਕਹਿੰਦੇ, ਮੈਂ ਨਾ ਬੁੱਕ ਭਰ ਭਰ ਕੇ ਮਾਂ ਖੁਸ਼ੀ ਦੇ ਵਿੱਚ ਵੀ ਮੈਨੂੰ ਪੁੱਤ ਕਹਿ ਕੇ ਬੁਲਾਇਆ। ਉਹ ਸਾਧੂ ਨੂੰ ਪ੍ਰਸ਼ਾਦ ਛਕਾਉਂਦਾ ਗਿਆ। ਕਹਿੰਦੇ, ਮੈਨੂੰ ਇੰਨੀ ਖੁਸ਼ੀ ਹੋਈ, ਇੰਨੀ ਖੁਸ਼ੀ ਹੋਈ, ਮੈਂ ਸਾਧੂ ਤੋਂ ਪੈਸੇ ਕੀ ਲੈਣੇ ਸੀ। ਜਿਹੜੇ ਹੋਰ ਪ੍ਰਸ਼ਾਦ ਛਕਣ ਵਾਸਤੇ ਆਏ, ਮੈਂ ਉਹਨਾਂ ਤੋਂ ਵੀ ਨਹੀਂ ਮਾਇਆ ਲਈ। ਉਹਨਾਂ ਨੂੰ ਖੁਸ਼ੀ ਦੇ ਵਿੱਚ ਇੰਝ ਹੀ ਘੁੰਗਣੀਆਂ ਛਕਾ ਦਿੱਤੀਆਂ, ਇੰਝ ਹੀ ਘੁੰਗਣੀਆਂ ਛਕਾ ਦਿੱਤੀਆਂ। ਸਾਧ ਸੰਗਤ, ਭਾਈ ਜੇਠੇ ਦੀ ਨਾਨੀ ਮਾਂ ਕਹਿੰਦੀ, ਪਰਮਾਤਮਾ ਮੇਰੇ ਦੋਤੇ ਭਾਈ ਜੇਠੇ ਨੂੰ ਹੱਥ ਤੇ ਬਾਦਸ਼ਾਹਾਂ ਵਾਲੇ ਦੇਤੇ, ਸੁਭਾਅ ਤੇ ਬਾਦਸ਼ਾਹਾਂ ਵਾਲਾ ਦੇਤਾ। ਮਾਲਕਾ ਖਜ਼ਾਨੇ ਤੂੰ ਕੰਗਾਲਾਂ ਵਾਲੇ ਬਖਸ਼ ਤੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਲਕਾ ਖਜ਼ਾਨੇ ਕਿਉਂ ਕੰਗਾਲਾਂ ਵਾਲੇ ਬਖਸ਼ ਦਿੱਤੇ? ਜੇ ਹੱਥ ਬਾਦਸ਼ਾਹਾਂ ਵਾਲੇ ਦਿੱਤੇ ਆ ਤੇ ਖਜ਼ਾਨੇ ਵੀ ਬਾਦਸ਼ਾਹਾਂ ਵਾਲੇ ਬਖਸ਼ਦਾ। ਮਹਾਰਾਜ, ਜੇ ਇਹਦਾ ਸੁਭਾਅ ਇਹੋ ਜਿਹਾ ਤੇ ਇਹਨੂੰ ਦਾਤਾਂ ਵੀ ਇਹੋ ਜੀਆਂ ਬਖਸ਼। ਆਖੋ ਸਤਨਾਮ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾਂ ਵੀ ਦੇ ਦੋ ਇਸ ਨੂੰ। ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾਂ ਵੀ ਦੇ ਦੋ ਇਸ ਨੂੰ। ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾਂ ਵੀ ਦੇ ਦੋ ਇਸ ਨੂੰ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਉਹ ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਦਿੱਤਾ ਹੈ ਸੁਭਾਅ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਦਾਤਾ ਵੀ ਜੀ 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 ਸਾਈਆਂ ਦੇ ਦੋ ਇਸ ਨੂੰ। ਦਾਤਾ ਵੀ ਜੀ
ਦਾਤਾ ਵੀ ਦੇ ਦੋ ਇਸ ਨੂੰ, ਦਾਤਾ ਦਿੱਤਾ ਹੈ ਸਮਾਏ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ, ਦਾਤਾ ਦਿੱਤਾ ਹੈ ਸਮਾਏ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ, ਦਾਤਾ ਦਿੱਤਾ ਹੈ ਸਮਾਏ ਆਪਣੇ ਵਰਗਾ, ਦਾਤਾ ਵੀ ਦੇ ਦੋ ਇਸ ਨੂੰ। ਸਾਚੇ ਸਹਿਬਾ ਕਿਆ ਨਹੀਂ ਕਰਦੇ ਹਰ ਥਾਂ ਤੇਰੇ ਸਭ ਕੁਛ ਹੈ ਜਿਸ ਤੇਰੇ ਸੋ ਪਾਏ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਹਿਬ ਕਿਆ ਨਾਹੀ ਕਰਤੇ ਰਹਿ ਘਰ ਤੀਰੇ। ਮਹਾਰਾਜ ਇਹਨੂੰ ਹੱਥ ਆਪਣੇ ਵਰਗੇ, ਸੁਭਾਅ ਆਪਣੇ ਵਰਗਾ ਦਿੱਤਾ ਮਹਾਰਾਜ, ਫਿਰ ਇਹਨੂੰ ਦਾਤਾਂ ਵੀ ਆਪਣੇ ਵਰਗੀਆਂ ਦੇ। ਧੰਨ ਗੁਰੂ ਅਮਰਦਾਸ ਮਹਾਰਾਜ, ਉਹਨਾਂ ਦਾ ਨਗਰ ਬਾਸਰਕੇ ਸੀ। ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਸੰਗਤਾਂ ਨੂੰ ਤਾਰ ਰਹੇ ਆ, ਕਾਰ ਸੇਵਾ ਚੱਲ ਰਹੀ ਹੈ। ਉੱਥੇ ਜਾ ਕੇ ਭਾਈ ਜੇਠਾ ਜੀ ਨੇ ਘੁੰਗਣੀਆਂ ਦਾ ਪ੍ਰਸ਼ਾਦ ਵੇਚਣਾ, ਪ੍ਰਸ਼ਾਦ ਵੀ ਵੇਚਣਾ ਤੇ ਸਾਧ ਸੰਗਤ ਨਾਲ ਨਾਲ ਟੋਕਰੀ ਦੀ ਸੇਵਾ ਵੀ ਕਰਨੀ, ਮਿੱਟੀ ਢੋਣੀ ਟੋਕਰੀਆਂ ਭਰ ਭਰ ਕੇ। ਸਮਾਂ ਬੀਤਦਾ ਗਿਆ। ਇੱਕ ਦਿਨ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰੋਂ ਮਾਤਾ ਜੀ ਕਹਿਣ ਲੱਗੇ, ਮਹਾਰਾਜ ਜੀਆਂ ਦੇ ਦੋ ਪੁੱਤਰੀਆਂ ਸੀ, ਇੱਕ ਸੀ ਬੀਬੀ ਦਾਨੀ, ਦੂਸਰੀ ਸੀ ਬੀਬੀ ਭਾਨੀ। ਕਹਿਣ ਲੱਗੀ ਜੀ ਦਾਨੀ ਦਾ ਤੇ ਵਿਆਹ ਹੋਇਆ, ਹੁਣ ਭਾਨੀ ਆਪਣੀ ਵਿਆਹਣ ਯੋਗ ਹੈ, ਉਹਦੇ ਵਾਸਤੇ ਵੀ ਆਪਾਂ ਜੋਗ ਵਰ ਜੋਗ ਕਰ ਲੱਭੀਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿਹੋ ਜਿਹਾ ਵਰ ਭਾਲਦੇ, ਕਿਹੋ ਜਿਹਾ ਲੜਕਾ ਚਾਹੀਦਾ। ਸਾਧ ਸੰਗਤ ਭਾਈ ਜੇਠਾ ਜੀ ਦਾ ਸੁਭਾਅ ਬੜਾ ਸੋਹਣਾ ਸੀ, ਮਿਹਨਤੀ ਸੀ, ਸੇਵਾ ਤੇ ਸਿਮਰਨ ਵਾਲੇ ਸੀ। ਮਾਤਾ ਜੀ ਕਹਿਣ ਲੱਗੇ ਉਹ ਜਿਹੜਾ ਘੁੰਗਣੀਆਂ ਵੇਚਣ ਵਾਲਾ ਲੜਕਾ ਹੈ ਨਾ ਭਾਈ ਜੇਠਾ, ਕੋਈ ਇਹਦੇ ਵਰਗਾ ਹੋਵੇ। ਆਖੋ ਸਤਿਨਾਮ। ਕੋਈ ਇਹਦੇ ਵਰਗਾ ਹੋਵੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਇਹਦੇ ਵਰਗਾ ਤੇ ਇਹੀ ਹੈ, ਇਹਦੇ ਵਰਗਾ ਕੋਈ ਹੋਰ ਨਹੀਂ, ਇਹਦੇ ਵਰਗਾ ਤੇ ਇਹੀ ਹੈ। ਕੋਲ ਬੁਲਾਇਆ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਬੀਬੀ ਭਾਨੀ ਦਾ ਰਿਸ਼ਤਾ ਕਰ ਦਿੱਤਾ ਭਾਈ ਜੇਠੇ ਨੂੰ। ਗੁਰੂ ਘਰ ਦਾ ਦਮਾਦ ਬਣ ਗਿਆ। ਵੱਡੇ ਸਨ ਭਾਈ ਰਾਮਾ ਜੀ ਜਿਹੜੇ ਬੀਬੀ ਦਾਨੀ ਦੇ ਘਰੋਂ, ਛੋਟੇ ਭਾਈ ਜੇਠਾ ਜੀ ਜਿਹੜੇ ਬੀਬੀ ਭਾਨੀ ਦੇ ਘਰੋਂ। ਗੁਰੂ ਘਰ ਦੇ ਦਮਾਦ ਵੀ ਬਣ ਗਏ, ਪਰ ਸਾਧ ਸੰਗਤ ਟੋਕਰੀ ਦੀ ਸੇਵਾ ਨਹੀਂ ਛੱਡੀ। ਉਵੇਂ ਟੋਕਰੀ ਢੋ ਰਹੇ ਨੇ, ਸੇਵਾ ਵੀ ਕਰ ਰਹੇ, ਸਿਮਰਨ ਵੀ ਕਰ ਰਹੇ ਆ। ਹੁਣ ਇਹਦੇ ਸਾਧ ਸੰਗਤ ਸਰੀਕੇ ਵਾਲੇ ਤਾਏ ਚਾਚੇ, ਜਿਨ੍ਹਾਂ ਨੇ ਕਿਸੇ ਵੇਲੇ ਸਾਧ ਸੰਗਤ ਘਰੋਂ ਹੀ ਕੱਢ ਦਿੱਤਾ ਸੀ, ਦੁੱਖਾਂ ਦੇ ਮਾਰੇ ਦੀ ਬਾਂਹ ਨਹੀਂ ਫੜੀ, ਕੋਈ ਪਿਆਰ ਦਾ ਮਿੱਠਾ ਬੋਲ ਬੋਲਿਆ ਹੀ ਨਾ। ਜਿਹੜੀਆਂ ਤਾਈਆਂ ਚਾਚੀਆਂ ਕਦੇ ਆਪਣੇ ਬੱਚਿਆਂ ਨੂੰ ਵੀ ਫੜ ਫੜ ਕੇ ਸਾਧ ਸੰਗਤ ਅੰਦਰ ਤਾੜ ਲੈਂਦੀਆਂ ਸੀ, ਕਹਿੰਦੇ ਇਹਦੇ ਤਾਂ ਪਰਛਾਵਾਂ ਵੀ ਮਾੜਾ। ਆਖੋ ਸਤਿਨਾਮ। ਇਹਦਾ ਤੇ ਪਰਛਾਵਾਂ ਵੀ ਮਾੜਾ। ਅੱਜ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਵੀ ਸਾਡਾ ਭਤੀਜਾ ਭਾਈ ਜੇਠਾ ਗੁਰੂ ਘਰ ਦਾ ਦਮਾਦ ਬਣ ਗਿਆ, ਹੁਣ ਇਸ ਗੱਲ ਦੇ ਵਿੱਚ ਆਪਣੀ ਸ਼ਾਨ ਸਮਝਣ ਵੀ ਸੋਢੀ ਕੁਲ ਦੇ ਵਿੱਚੋਂ ਭਾਈ ਜੇਠਾ ਗੁਰੂ ਘਰ ਦਾ ਦਮਾਦ ਬਣਿਆ। ਸਾਧ ਸੰਗਤ ਮਿਲਣ ਵਾਸਤੇ ਆ ਗਏ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹੁੰਚੇ। ਆਏ ਤੇ ਬੜੇ ਚਾਅ ਨਾਲ ਵੀ ਗੁਰੂ ਘਰ ਦਾ ਦਮਾਦ ਹੈ ਭਾਈ ਜੇਠਾ, ਬੜੀ ਠਾਠ ਪਾਠ ਹੋਏਗੀ, ਸੋਹਣਾ ਪਹਿਨਦਾ ਹੋਏਗਾ, ਸੋਹਣਾ ਖਾਂਦਾ ਹੋਏਗਾ, ਰਹਿਣੀ ਸਹਿਣੀ ਬੜੀ ਸੋਹਣੀ ਹੋਏਗੀ। ਪਰ ਜਦੋਂ ਆ ਕੇ ਸਾਧ ਸੰਗਤ ਟੋਕਰੀ ਢੋਂਦੇ ਨੂੰ ਵੇਖਿਆ ਨਾ, ਬੜੇ ਨਾਰਾਜ਼ ਹੋ ਗਏ। ਭਾਈ ਜੇਠੇ ਨੂੰ ਤੇ ਬੋਲਣਾ ਹੀ ਬੋਲਣਾ ਸੀ, ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਵੀ ਆ ਕੇ ਬੋਲੇ।
ਕਹਿੰਦੇ ਓਏ ਤੂੰ ਤੇ ਸਾਡੀ ਨਾਕੀ ਵਢਾ ਦਿੱਤੀ। ਆ ਜਿਵੇਂ ਤੂੰ ਨੌਕਰ ਬਣਿਆ ਫਿਰਦਾ, ਕਿਸੇ ਦਾ ਜਵਾਈ ਕਿਸੇ ਦਾ ਦਮਾਦ ਏਦਾਂ ਸਹੁਰੇ ਘਰ ਜਾ ਕੇ ਟੋਕਰੀਆਂ ਢੋਂਦਾ, ਮਿੱਟੀ ਨਾਲ ਮਿੱਟੀ ਹੁੰਦਾ ਜਿਵੇਂ ਤੂੰ ਹੋਇਆ ਫਿਰਦਾ। ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਆਖਿਆ ਤੁਸੀਂ ਚੰਗੀ ਨਹੀਂ ਕੀਤੀ, ਸਾਡੀ ਬੜੀ ਨਰਾਦਰੀ ਹੋਈ ਹੈ, ਸਾਡੀ ਹਦਕ ਹੋਈ ਹੈ। ਸਾਡੇ ਭਾਈ ਜੇਠੇ ਨੂੰ ਗੁਰੂ ਘਰ ਦਾ ਦਮਾਦ ਬਣਾ ਕੇ ਤੇ ਟੋਕਰੀਆਂ ਨੌਕਰਾਂ ਵਾਂਗੂ ਕੰਮ ਲੈ ਰਹੇ ਹੋ। ਤੇ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਲਿਓ ਲੋਕੋ ਤੁਸੀਂ ਕੀ ਜਾਣੋ, ਜਿਹੜੀ ਤੁਹਾਨੂੰ ਅੱਜ ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਦਿਸਦੀ ਆ ਨਾ, ਕੋਈ ਸਮਾਂ ਆਵੇਗਾ ਇਹਦੇ ਹੀ ਸਿਰ ਤੇ ਸੋਨੇ ਦੇ ਛਤਰ ਝੁੱਲਿਆ ਕਰਨਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਕਹਿੰਦੇ ਇਹਦੇ ਸਿਰ ਤੇ ਸੋਨੇ ਦੇ ਛਤਰ ਝੁੱਲਿਆ ਕਰਨਗੇ। ਸਾਧ ਸੰਗਤ ਮਹਾਰਾਜ ਜੀਆਂ ਨੇ ਫਿਰ ਪਰਖ ਪਾਈ। ਭਾਈ ਰਾਮਾ ਜੀ ਤੋਂ ਭਾਈ ਜੇਠਾ ਚੋਂ ਦੋਵਾਂ ਤੋਂ ਇੱਕ ਇੱਕ ਥੜਾ ਤਿਆਰ ਕਰਵਾਇਆ। 3 ਵਾਰੀ ਥੜੇ ਤਿਆਰ ਹੋਏ। 3 ਵਾਰੀ ਮਹਾਰਾਜ ਜੀਆਂ ਨੇ ਭਾਈ ਰਾਮਾ ਜੀ ਤੋਂ ਵੀ ਥੜਾ ਢਵਾ ਦਿੱਤਾ, ਭਾਈ ਜੇਠਾ ਜੀਆਂ ਤੋਂ ਵੀ ਥੜਾ ਢਵਾ ਦਿੱਤਾ। ਪਿਛਲੇ ਸਾਲ ਆਪ ਜੀਆਂ ਨੇ ਇਤਿਹਾਸ ਇਹ ਸਰਵਣ ਕੀਤਾ ਸੀ। ਸਾਧ ਸੰਗਤ ਜਦੋਂ ਤੀਸਰੀ ਵਾਰ ਭਾਈ ਰਾਮਾ ਜੀ ਦਾ ਥੜਾ ਢਵਾਇਆ ਨਾ, ਰਾਮਾ ਜੀ ਤੁਹਾਡਾ ਥੜਾ ਅਜੇ ਵੀ ਸਹੀ ਨਹੀਂ ਬਣਿਆ, ਜਿਹੋ ਜਿਹਾ ਅਸੀਂ ਚਾਹੁੰਦੇ ਉਹੋ ਜਿਹਾ ਨਹੀਂ ਤੁਸੀਂ ਬਣਾਇਆ। ਭਾਈ ਰਾਮਾ ਜੀ ਸਾਧ ਸੰਗਤ ਬੜੇ ਗੁੱਸੇ ਵਿੱਚ ਆ ਗਏ, ਹੱਥ ਵਿੱਚ ਕਰੰਡੀ ਫੜੀ ਚਲਾ ਕੇ ਮਾਰੀ। ਗਾਰੇ ਦਾ ਬੱਠਲ ਭਰਿਆ ਪਿਆ ਸੀ, ਉਹਦੇ ਚ ਲੱਤ ਮਾਰੀ। ਕਹਿਣ ਲੱਗੇ ਪਿਤਾ ਜੀ ਥੜਾ ਬਿਲਕੁਲ ਸਹੀ ਬਣਿਆ, ਤੁਹਾਡੀ ਹੁਣ ਨਜ਼ਰ ਨਹੀਂ ਸਹੀ ਰਹੀ, ਤੁਹਾਡੀ ਨਜ਼ਰ ਘਟ ਗਈ, ਤੁਸੀਂ 70-72 ਹੋ ਗਏ। ਮੈਥੋਂ ਨਹੀਂ ਵਾਰੀ-ਵਾਰੀ ਢਾ ਕੇ ਬਣਦਾ, ਜਿਹੋ ਜਿਹਾ ਚਾਹੀਦਾ ਆਪਣੇ ਆਪ ਬਣਾ ਲਓ। ਕੋਲੋਂ ਚਲੇ ਗਏ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਜਦੋਂ ਮਹਾਰਾਜ ਪਰਖਦਾ ਨਾ ਭਾਈ, ਉਹ ਕਸਵੱਟੀਆਂ ਲਾ ਲਾ ਪਰਖਦਾ। ਭਾਵਨਾ ਵਾਲੀ ਫਿਰ ਪਰਖ ਵਿੱਚੋਂ ਪਾਸ ਹੁੰਦੇ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਖੈ ਨਾ ਕੋਏ, ਆਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ। ਉਹ ਜਦੋਂ ਲੱਗਦੀ ਐ ਕਸਵੱਟੀ ਸੱਚੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਐ ਕਸਵੱਟੀ ਸੱਚੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਲੱਗਦੀ ਐ ਕਸਵੱਟੀ ਸੱਚੇ ਨਾਮ ਦੀ, ਉਹ ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਐ ਕਸਵੱਟੀ ਸੱਚੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਐ ਕਸਵੱਟੀ ਸੱਚੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਐ ਕਸਵੱਟੀ ਹਰ ਦੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਕੱਚੇ ਝੜ ਜਾਂਦੇ ਨੇ ਜੀ ਸਤਿਗੁਰ ਦਾ ਰਸਤਾ ਪੱਕਾ। ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਸਤਿਗੁਰ ਦਾ ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ, ਸਤਿਗੁਰ ਦਾ ਰਸਤਾ ਪੱਕਾ। 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 ਕੱਚੇ ਝੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਕੱਚੇ ਝੜ ਜਾਂਦੇ ਨੇ
ਰਸਤਾ ਪੱਕਾ। ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਬੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ, ਕੱਚੇ ਚੜ ਜਾਂਦੇ ਨੇ ਸਤਿਗੁਰ ਦਾ ਰਸਤਾ ਪੱਕਾ। ਸਾਧ ਸੰਗਤ ਭਾਵਨਾ ਵਾਲੇ ਸ਼ਰਧਾ ਵਾਲੇ ਜਿਹੜੇ ਆਪਣਾ ਆਪ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ, ਮਾਲਕ ਦੀ ਰਜ਼ਾ ਵਿੱਚ ਚੱਲਦੇ ਰਹਿੰਦੇ ਆ ਨਾ, ਰੁਕਦੇ ਨਹੀਂ, ਚੱਲਦੇ ਰਹਿੰਦੇ ਆ। ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ ਸਿਰ ਦੀਜੈ, ਕਾਣ ਨਾ ਕੀਜੈ। ਜਿਹੜੇ ਭਾਈ ਨੀਵੇਂ ਹੋ ਕੇ ਚੱਲਦੇ ਰਹਿੰਦੇ ਆ, ਆਪਣਾ ਆਪ ਗਵਾ ਕੇ ਚੱਲਦੇ ਰਹਿੰਦੇ ਆ, ਫਿਰ ਇੱਕ ਨਾ ਇੱਕ ਦਿਨ ਕਿਸੇ ਨਾ ਕਿਸੇ ਮਰਤਬੇ ਤੇ ਪਹੁੰਚ ਜਾਂਦੇ ਆ। ਕੋਈ ਫਕੀਰ ਦਰਿਆ ਨੂੰ ਕਹਿੰਦਾ, ਦਰਿਆਵਾ ਮੈਂ ਵੇਹਨਾ ਤੂੰ ਦਿਨ ਰਾਤ ਚੱਲਦਾ ਹੀ ਰਹਿਣਾ, ਚੱਲਦਾ ਹੀ ਰਹਿਣਾ, ਕਿਤੇ 2 ਘੜੀਆਂ ਖਲੋ ਕੇ ਆਰਾਮ ਕਰ ਲਿਆ ਕਰ। ਦਰਿਆਵਾ ਤੂੰ ਦਿਨ ਰਾਤ ਚੱਲਦਾ ਹੀ ਰਹਿਣਾ, ਚੱਲਦਾ ਹੀ ਰਹਿਣਾ, ਕਿਤੇ 2 ਘੜੀਆਂ ਖਲੋ ਕੇ ਆਰਾਮ ਕਰ ਲਿਆ ਕਰ। ਦਰਿਆ ਕਹਿੰਦਾ ਜੇ ਮੈਂ ਚੱਲਦਾ ਰਵਾਂਗਾ, ਚੱਲਦਾ ਰਵਾਂਗਾ, ਇੱਕ ਦਿਨ ਸਮੁੰਦਰ ਵਿੱਚ ਮਿਲ ਜਾਵਾਂਗਾ। ਜਦੋਂ ਸਮੁੰਦਰ ਵਿੱਚ ਮਿਲ ਗਿਆ, ਸਮੁੰਦਰ ਦਾ ਹੀ ਰੂਪ ਹੋ ਜਾਵਾਂਗਾ। ਜੇ ਮੈਂ ਰੁਕ ਗਿਆ, ਮੈਂ ਸਮੁੰਦਰ ਦਾ ਰੂਪ ਤੇ ਕੀ ਹੋਣਾ, ਮੈਨੂੰ ਕਿਸੇ ਨੇ ਦਰਿਆ ਵੀ ਨਹੀਂ ਕਹਿਣਾ। ਆਖੋ ਸਤਿਨਾਮ। ਜੇ ਮੈਂ ਰੁਕ ਗਿਆ, ਮੈਂ ਸਮੁੰਦਰ ਦਾ ਰੂਪ ਤੇ ਕੀ ਹੋਣਾ, ਮੈਨੂੰ ਕਿਸੇ ਨੇ ਦਰਿਆ ਨਹੀਂ ਆਖਣਾ, ਮੈਂ ਦਰਿਆ ਵੀ ਨਹੀਂ ਰਹਿਣਾ। ਜਿਹੜਾ ਪਾਣੀ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਉਹ ਇੱਕ ਦਿਨ ਸਾਧ ਸੰਗਤ ਨਦੀ ਚੱਲਦੀ ਰਹਿੰਦੀ ਆ, ਦਰਿਆ ਵਿੱਚ ਮਿਲ ਜਾਂਦੀ, ਦਰਿਆ ਦਾ ਰੂਪ ਹੋ ਜਾਂਦੀ। ਦਰਿਆ ਚੱਲਦਾ ਰਹਿੰਦਾ, ਸਮੁੰਦਰ ਵਿੱਚ ਮਿਲ ਜਾਂਦਾ, ਸਮੁੰਦਰ ਦਾ ਰੂਪ ਹੋ ਜਾਂਦਾ। ਜੇ ਉਹ ਹੀ ਪਾਣੀ ਖਲੋ ਜਾਏ, ਦਰਿਆ ਨਹੀਂ ਰਹਿੰਦਾ, ਫਿਰ ਛੱਪੜ ਬਣ ਜਾਂਦਾ। ਖਲੋਤੇ ਪਾਣੀ ਦੇ ਵਿੱਚ ਸਾਧ ਸੰਗਤ ਕੀੜੇ ਪੈ ਜਾਂਦੇ, ਗੰਦਾ ਹੋ ਜਾਂਦਾ, ਬਦਬੂ ਮਾਰਨੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਬੰਦਾ ਸਤਿਗੁਰ ਦੇ ਮਾਰਗ ਤੇ ਚੱਲਦਾ ਰਹੇ, ਚੱਲਦਾ ਰਹੇ, ਮਨ ਸਾਫ਼ ਹੋ ਜਾਂਦਾ, ਵਿਸ਼ੇ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ। ਜੇ ਭਾਈ ਬੰਦਾ ਇਸ ਮਾਰਗ ਤੋਂ ਭਟਕ ਜਾਏ, ਰੁਕ ਜਾਏ, ਫਿਰ ਵਿਸ਼ੇ ਵਿਕਾਰ ਇਹਦੇ ਵਿੱਚ ਪੈਦਾ ਹੋ ਜਾਂਦੇ ਆ। ਬੰਦਾ ਇੰਨਾ ਗੰਦਾ ਹੋ ਜਾਂਦਾ, ਗੰਦੇ ਤੋਂ ਵੀ ਮੰਦਾ ਹੋ ਜਾਂਦਾ ਹੈ। ਆਖੋ ਸਤਿਨਾਮ। ਗੰਦੇ ਤੋਂ ਵੀ ਮੰਦਾ ਹੋ ਜਾਂਦਾ ਹੈ। ਭਾਵਨਾ ਵਾਲੇ ਚੱਲਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਖ ਨਾਸੇ ਹਰ ਚਰਣੀ ਚਿਤ ਲਾਏ। ਜਿਹੜੇ ਚਿਤ ਲਾ ਕੇ ਚੱਲਦੇ ਰਹਿੰਦੇ ਆ, ਚੱਲਦੇ ਰਹਿੰਦੇ ਆ। ਕਬੀਰ ਕੇਸੋ ਕੇਸੋ ਕੂਕੀਏ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕ ਨੇ ਕਬਹੂ ਕੇ ਸੁਨੇ ਪੁਕਾਰ। ਉਹ ਕਿਤੇ ਆਵੇਗਾ ਜੀ ਅਸਲ ਟਿਕਾਣਾ, ਅਸਲ ਟਿਕਾਣਾ, ਅਸਲ ਟਿਕਾਣਾ, ਅਸਲ ਟਿਕਾਣਾ। ਦਿਨ ਰਾਤ ਰਹੀਏ ਚੱਲਦੇ, ਆਵੇਗਾ ਜੀ ਅਸਲ ਟਿਕਾਣਾ। ਦਿਨ ਰਾਤ ਰਹੀਏ ਚੱਲਦੇ, ਆਵੇਗਾ ਜੀ ਅਸਲ ਟਿਕਾਣਾ। ਉਹ ਦਿਨ ਰਾਤ ਰਹੀਏ ਚੱਲਦੇ, ਕਿਤੇ ਆਵੇਗਾ ਜੀ ਅਸਲ ਟਿਕਾਣਾ। ਉਹ ਦਿਨ ਰਾਤ ਰਹੀਏ ਚੱਲਦੇ, ਕਿਤੇ ਆਵੇਗਾ ਜੀ ਅਸਲ ਟਿਕਾਣਾ। ਦਿਨ ਰਾਤ ਰਹੀਏ ਚੱਲਦੇ, ਕਿਤੇ ਆਵੇਗਾ ਜੀ ਅਸਲ ਟਿਕਾਣਾ। ਦਿਨ ਰਾਤ ਰਹੀਏ ਚੱਲਦੇ। ਕਬੀਰ
कैसो कैसो भूखिए रात दिवस के कूप ने सुने पुकार रात दिवस के कूप ने कबहू के सुने पुकार। भाई रामा जी साध संगत चले गए, बोलते ਜਿਹੋ ਜਿਹਾ ਚਾਹੀਦਾ ਆਪਣੇ ਆਪ ਬਣਾ ਲਓ। ਜਦੋਂ ਭਾਈ ਜੇਠਾ ਜੀ ਦਾ ਬਣਾਇਆ ਹੋਇਆ ਥੜਾ ਜਾ ਕੇ ਤੱਕਿਆ, ਕਹਿੰਦੇ ਜੇਠਾ ਜੀ ਤੁਹਾਡਾ ਵੀ ਸਹੀ ਨਹੀਂ ਬਣਿਆ, ਢਾਹ ਕੇ ਦੁਬਾਰਾ ਬਣਾਓ। ਭਾਈ ਜੇਠਾ ਜੀ ਚਰਨਾਂ ਤੇ ਟਹਿ ਪਏ, ਸੀਸ ਸਤਿਗੁਰਾਂ ਦੇ ਚਰਨਾਂ ਤੇ ਰੱਖਿਆ। ਮਹਾਰਾਜ ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ। ਮਹਾਰਾਜ ਮੈਨੂੰ ਸਮਝ ਨਹੀਂ ਪੈਂਦੀ, ਤੁਸੀਂ ਕਿਹੋ ਜਿਹਾ ਚਾਹੁੰਦੇ ਹੋ, ਮੈਂ ਨਹੀਂ ਬਣਾ ਸਕਦਾ। ਜਿਹੋ ਜਿਹਾ ਮਹਾਰਾਜ ਚਾਹੁੰਦੇ ਹੋ ਆਪਣਾ ਮੇਰਾ ਭਰਿਆ ਸਿਰ ਤੇ ਹੱਥ ਰੱਖ ਕੇ ਮੇਥੋਂ ਬਣਵਾ ਲਵੋ। ਤੁਹਾਡੀ ਸੋਚ ਮੁਤਾਬਕ ਥੜਾ ਬਣਾਉਣਾ ਮੇਰੇ ਵੱਸ ਦੀ ਗੱਲ ਨਹੀਂ ਹੈ, ਤੁਸੀਂ ਮਹਾਰਾਜ ਬਣਵਾ ਸਕਦੇ ਹੋ। ਐਦਾਂ ਜਦੋਂ ਨਿਮਰਤਾ ਦਿਖਾਈ, ਫਿਰ ਮਹਾਰਾਜ ਜੀਆਂ ਨੇ ਮੋਢਿਆਂ ਤੋਂ ਫੜਿਆ, ਉਠਾਇਆ, ਛਾਤੀ ਨਾਲ ਲਾਇਆ, ਪਿਆਰ ਦਿੱਤਾ। ਕਹਿੰਦੇ ਭਾਈ ਜੇਠਿਆ ਥੜੇ ਤੇ ਪਹਿਲੀ ਵਾਰੀ ਦੋਵਾਂ ਨੇ ਸਹੀ ਬਣਾਤੇ ਸੀ, ਅਸੀਂ ਤੇ ਵੇਖਣਾ ਚਾਹੁੰਦੇ ਸੀ ਸ਼ਰਧਾ ਦਾ ਥੜਾ ਕਿਹਦੇ ਹਿਰਦੇ 'ਚ ਬਣਿਆ। ਥੜੇ ਪਹਿਲੀ ਵਾਰੀ ਦੋਵਾਂ ਦੇ ਸਹੀ ਸੀ, ਅਸੀਂ ਇਹ ਵੇਖਣਾ ਚਾਹੁੰਦੇ ਸੀ ਸ਼ਰਧਾ ਦਾ ਥੜਾ ਕਿਹਦੇ ਹਿਰਦੇ ਵਿੱਚ ਬਣਿਆ। ਸਾਧ ਸੰਗਤ ਇਸ਼ਨਾਨ ਕਰਵਾਇਆ, ਸੁੱਚੇ ਵਸਤਰ ਪਹਿਨਾਏ, ਆਪਣੇ ਆਸਣ ਤੇ ਬਿਠਾ ਦਿੱਤਾ। 5 ਪੈਸੇ ਨਾਰੀਅਲ ਲੈ ਕੇ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਮੱਥਾ ਟੇਕ ਦਿੱਤਾ। ਗੁਰੂ ਨਾਨਕ ਦੀ ਉਹ ਜੋਤ ਜਿਹੜੀ ਕਦੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਗੁਰੂ ਅਮਰਦਾਸ ਮਹਾਰਾਜ ਵਿੱਚ ਟਿਕਾਈ ਸੀ, ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਉਹੀ ਟੇਕ, ਉਹੀ ਜੋਤ ਅੱਜ ਸਾਧ ਸੰਗਤ ਭਾਈ ਜੇਠੇ ਦੇ ਵਿੱਚ ਟਿਕਾ ਕੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਣਾ ਦਿੱਤਾ। ਟੋਕਰੀ ਭਾਈ ਰਾਮੇ ਨੇ ਵੀ ਢੋਈ, ਟੋਕਰੀ ਭਾਈ ਜੇਠੇ ਨੇ ਵੀ ਢੋਈ, ਪਰ ਸਾਧ ਸੰਗਤ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਵੇਖੈ ਏਕ ਸਬਿਨ ਕੋਏ। ਪਰ ਦੋਹਾਂ ਦੀ ਟੇਕ ਵਿੱਚ ਫਰਕ ਸੀ, ਦੋਹਾਂ ਦੀ ਭਾਵਨਾ ਵਿੱਚ ਫਰਕ ਸੀ। ਸ਼ਰਧਾ ਨੂੰ ਫਲ ਲੱਗਾ, ਭਾਵਨਾ ਨੂੰ ਫਲ ਲੱਗਾ। ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਫਿਰ ਭਾਈ ਰਾਮਾ ਜੀ ਨਹੀਂ, ਭਾਈ ਜੇਠਾ ਜੀ ਬਣੇ। ਭਾਈ ਜੇਠਾ ਜੀ ਬਣੇ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਵ ਨਿਤ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸਾਚ ਸਮਾਈਐ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਉਹ ਭਾਈ ਤਰ ਜਾਂਦੇ ਨੇ, ਉਹ ਝੋਲੀਆਂ ਭਰ ਲੈਂਦੇ ਨੇ। ਜਿਹੜੇ ਸਾਧ ਸੰਗਤ ਭਾਵਨਾ ਨਾਲ ਸ਼ਰਧਾ ਨਾਲ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਨੇ, ਫਿਰ ਉਹਨਾਂ ਤੇ ਕਿਰਪਾ ਹੋ ਜਾਂਦੀ, ਮਿਹਰ ਹੋ ਜਾਂਦੀ ਹੈ। ਆਓ ਜਿਵੇਂ ਫਿਰ ਗੁਰੂ ਰਾਮਦਾਸ ਮਹਾਰਾਜ ਸਭ ਮੁਰਤਬੇ ਪਾ ਕੇ ਵੀ ਕਹਿੰਦੇ ਸੀ, ਮਹਾਰਾਜ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ, ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇ ਰਾਜਤ ਮਿਲੀਏ ਚੁਕੇ, ਸਭ ਸੋਗ ਸੰਤਾਪੇ। ਜਦੋਂ ਦਿਲੋਂ ਤੁਰਾਂਗੇ ਨਾ ਭਾਈ, ਫਿਰ ਅੰਦਰੋਂ ਇਹ ਆਵਾਜ਼ ਆਪਣੇ ਆਪ ਆਏਗੀ। ਸਾਧੂਆਂ ਦੀ ਸੰਗਤ ਨੇ ਮੇਰੀ ਤਕਦੀਰ ਬਦਲਤੀ, 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 ਸਾਧੂਆਂ ਦੀ ਸੰਗਤ ਨੇ ਜੀ
ਤਕਦੀਰ ਬਦਲਦੀ। ਸਾਧੂਆਂ ਦੀ ਸੰਗਤ ਨੇ ਮੇਰੀ ਤਕਦੀਰ ਬਦਲਤੀ। 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 ਮੇਰੀ ਤਕਦੀਰ ਬਦਲਦੀ, ਮੇਰੀ ਤਕਦੀਰ ਬਦਲਦੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਦੀ, ਮੇਰੀ ਤਕਦੀਰ ਬਦਲਦੀ। ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਦੀ, ਮੇਰੀ ਤਕਦੀਰ ਬਦਲਦੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਮੇਰੀ ਤਕਦੀਰ ਬਦਲਤੀ। ਸਾਧੂਆਂ ਦੀ ਸੰਗਤ ਨੇ, ਸਾਧੂਆਂ ਦੀ ਸੰਗਤ ਨੇ, ਸਾਧੂਆਂ ਦੀ ਸੰਗਤ ਨੇ ਮੇਰੀ ਤਕਦੀਰ ਬਦਲਦੀ। ਸਾਧੂਆਂ ਦੀ ਸੰਗਤ ਨੇ ਹਾਂ ਮੇਰੀ ਤਕਦੀਰ ਬਦਲਦੀ। ਸਾਧੂਆਂ ਦੀ ਸੰਗਤ ਨੇ ਮੇਰੀ ਤਕਦੀਰ ਬਦਲਤੀ। 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 ਸੰਤੋ ਸਾਗਰ ਪਾਰ ਤਰੀਏ, ਸਾਗਰ ਪਾਰ ਕਰੀਏ ਏਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ। ਸੰਤੋ ਸਾਗਰ ਪਾਰ ਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਕਰੀਏ ਤਰੀਏ।